ਚੜ੍ਹਿਆਂ ਵੀ ਉਹਦੀ ਸਵੇਰ ਕੋਈ ਨਹੀਂ, ਜਿਹਦੇ ਕੋਲ ਨੇ ਮੜੀਆਂ ਸ਼ਹੀਦਾਂ ਦੀਆਂ, ਉਸ ਕੌਮ ਲਈ ਕਿਤੇ ਹਨੇਰ ਕੋਈ ਨਹੀਂ। ਉਹਨਾਂ ਲੋਕਾਂ ਦੀ ਮੰਜ਼ਿਲ ਦਾ ਰਾਹ ਸਿੱਧਾ, ਵੱਲ ਜਿਨ੍ਹਾਂ ਨੂੰ ਆਇਆ ਸ਼ਹੀਦੀਆਂ ਦਾ। ਉਹ ਹੈ ਕੌਮ ਪੂੰਜੀਦਾਰ ਜ਼ਿੰਦਗੀ ਦੀ, ਜਿਹਦੇ ਕੋਲ ਸਰਮਾਇਆ ਸ਼ਹੀਦੀਆਂ ਦਾ। ਸੋ ਏਕ ਨੂਰ ਰੇਡੀਓ ਨਾਲ ਜੁੜੇ ਹੋਏ ਸ਼ਹਾਦਤਾਂ ਦੇ ਸਨਮੁਖ ਪ੍ਰੋਗਰਾਮ ਸੁਣ ਰਹੇ ਸਾਡੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਜਿੱਥੇ ਸ਼ਹਾਦਤ ਦਾ ਰੰਗ ਮਿਲੇਗਾ, ਉੱਥੇ ਨਾਲ ਹੀ ਸ਼ਹਾਦਤਾਂ ਨੂੰ ਕਿਵੇਂ ਰੋਲਿਆ ਜਾਂਦਾ ਹੈ ਜਾਂ ਕੰਡੈਮ ਕਰਨ ਦਾ ਰੰਗ ਵੀ ਮਿਲੇਗਾ। ਇਸ ਵਿੱਚ ਇਤਿਹਾਸਕ ਗ੍ਰੰਥਾਂ, ਇਤਿਹਾਸਕ ਸਰੋਤਾਂ ਦਾ ਰੰਗ ਵੀ ਮਿਲੇਗਾ ਅਤੇ ਸਾਡੇ ਸੋ ਕਾਲਡ ਇਤਿਹਾਸਕ ਵਿਦਵਾਨਾਂ ਦਾ ਇਤਿਹਾਸਕ ਗ੍ਰੰਥਾਂ ਪ੍ਰਤੀ ਬੇਰੁਖੀ ਅਤੇ ਨਰਾਦਰੀ ਵਾਲਾ ਰੰਗ ਵੀ ਮਿਲੇਗਾ। ਅੱਜ ਦਾ ਇਹ ਪ੍ਰੋਗਰਾਮ ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਦੀ ਮਹਾਨ ਸ਼ਹਾਦਤ ਦੇ ਦੁਆਲੇ ਘੁੰਮਦਾ ਹੋਇਆ ਇਸ ਮਹਾਨ ਸਾਕੇ ਨਾਲ ਸੰਬੰਧਿਤ ਘਟਨਾਵਾਂ ਨੂੰ ਇਤਿਹਾਸਕ ਗ੍ਰੰਥਾਂ ਵਿੱਚੋਂ ਸਰੋਤਿਆਂ ਦੇ ਸਨਮੁਖ ਕਰੇਗਾ। ਸੋ ਇਸ ਪ੍ਰੋਗਰਾਮ ਵਿੱਚ ਮੇਰਾ ਸਾਥ ਦੇਣਗੇ ਭਾਈ ਅਮਰਜੀਤ ਸਿੰਘ ਜੀ। ਹਾਂਜੀ ਭਾਈ ਅਮਰਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਭਾਈ ਸਾਹਿਬ ਜੀ, ਵਾਹਿਗੁਰੂ ਜੀ ਕੀ ਫਤਿਹ ਜੀ। ਸਰੋਤਿਆਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਵਧੀਆ ਯੂਨੀਕ ਪ੍ਰੋਗਰਾਮ ਤੁਸੀਂ ਲੈ ਕੇ ਆਂਦਾ ਆ ਜੀ। ਜਿਨ੍ਹਾਂ ਕੌਮਾਂ, ਜਿਹੜੀਆਂ ਕੌਮਾਂ ਇਤਿਹਾਸ ਭੁੱਲ ਜਾਂਦੀਆਂ ਨੇ ਤੇ ਹੌਲੀ ਹੌਲੀ ਧਰਤੀ ਦੇ ਨਕਸ਼ੇ ਦੇ ਉੱਪਰ ਉਹ ਆਪਣੀ ਹੋਂਦ ਨੂੰ ਖਤਮ ਕਰ ਲੈਂਦੀਆਂ ਨੇ, ਇਹ ਅਣਮੁੱਲਾ ਸਰਮਾਇਆ ਹੁੰਦਾ ਆ। ਤੇ ਇਹ ਹਰ ਪੀੜ੍ਹੀ ਦਾ ਫਰਜ਼ ਹੁੰਦਾ ਆ ਕਿ ਆਪਣੇ ਅਨਮੋਲ ਇਤਿਹਾਸ ਨੂੰ ਸੁਚੱਜੇ ਤਰੀਕੇ ਨਾਲ ਆਉਣ ਵਾਲੀਆਂ ਪੀੜ੍ਹੀਆਂ ਦੇ ਦਿਲਾਂ ਦੇ ਵਿੱਚ ਸਥਾਪਿਤ ਕਰਕੇ ਜਾਣ। ਸੋ ਮੈਂ ਮਹਿਸੂਸ ਕਰਦਾ ਕਿ ਜਿਸ ਤਰੀਕੇ ਦੇ ਨਾਲ ਸਿੱਖ ਇਤਿਹਾਸ ਦੇ ਉੱਤੇ, ਗੁਰ ਇਤਿਹਾਸ ਦੇ ਉੱਤੇ ਭਾਰੀ ਸ਼ੰਕੇ ਕੀਤੇ ਜਾ ਰਹੇ ਨੇ, ਸਿੱਖਾਂ ਦੇ ਦਿਲਾਂ ਦੇ ਵਿੱਚ ਆਪਣੇ ਹੀ ਇਤਿਹਾਸ ਪ੍ਰਤੀ ਨਫ਼ਰਤ ਭਰੀ ਜਾ ਰਹੀ ਆ। ਅਜਿਹੇ ਪ੍ਰੋਗਰਾਮਾਂ ਦੀ ਬੇਹੱਦ ਲੋੜ ਸੀ ਤੇ ਮੈਨੂੰ ਬਹੁਤ ਇਸ ਗੱਲ ਦੀ ਖੁਸ਼ੀ ਆ ਜੀ, ਆਪ ਜੀ ਨੇ ਇਸ ਵਿਸ਼ੇ ਨੂੰ ਜਿਹੜਾ ਆ ਸੰਗਤਾਂ ਦੇ ਰੂਬਰੂ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੀ ਭਾਈ ਸਾਹਿਬ, ਜਿੱਥੇ ਸ਼ਹੀਦ ਅਣਖ ਆਬਰੂ ਸਿਧਾਂਤ ਦੂਜਿਆਂ ਦੇ ਹੱਕਾਂ ਲਈ ਆਪਣੀ ਜਾਨ ਨਿਛਾਵਰ ਕਰਨ ਤੋਂ ਵੀ ਪਿੱਛੇ ਨਹੀਂ ਹਟਦਾ, ਉੱਥੇ ਦੂਸਰੇ ਬੰਨੇ ਉਹ ਲੋਕ ਜੋ ਸਰੀਰ ਨੂੰ ਪਿਆਰ ਕਰਦਿਆਂ ਸੱਚ, ਧਰਮ, ਸਿਧਾਂਤ ਅਤੇ ਅਣਖ ਵੱਲੋਂ ਮੂੰਹ ਮੋੜ ਲੈਂਦੇ ਆ, ਕਾਇਰਤਾ ਵਾਲੀ ਬਿਰਤੀ ਭਾਰੂ ਹੋ ਜਾਂਦੀ ਆ। ਉਹ ਸ਼ਹਾਦਤ ਦੇਣੀ ਤਾਂ ਦੂਰ ਦੀ ਗੱਲ, ਸ਼ਹਾਦਤ ਦਾ ਨਾਂ ਸੁਣ ਕੇ ਵੀ ਉਹਨਾਂ ਨੂੰ ਕੰਬੜੀ ਛਿੜ ਜਾਂਦੀ ਆ। ਫਿਰ ਜੀ ਇਹ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ, ਇਸ ਵੱਡੇ ਪੱਧਰ ਦੀ ਗੱਲ ਦੇ ਬਾਰੇ ਵਿੱਚ ਸੋਚਣਾ। ਇਹ ਤੇ ਅੰਦਰ ਤੁਹਾਡੇ ਜਿਨ੍ਹਾਂ ਲੋਕਾਂ ਦੇ ਅੰਦਰ ਖੁਦਗਰਜੀ ਤੇ ਸਰੀਰ ਨੂੰ ਪਿਆਰ ਕਰਨ ਦੀ ਆਦਤ ਪਈ ਆ, ਉਹ ਸ਼ਹਾਦਤ ਸ਼ਬਦ ਨੂੰ ਸੁਣ ਕੇ ਪੀਲੇ ਪੈ ਜਾਂਦੇ ਆ। ਬਿਲਕੁਲ ਜੀ। ਫਿਰ ਉਹ ਇਤਿਹਾਸ ਵਿੱਚੋਂ, ਸਮਾਜ ਵਿੱਚੋਂ ਤਰ੍ਹਾਂ ਤਰ੍ਹਾਂ ਦੀਆਂ ਉਦਾਹਰਨਾਂ ਦਿੰਦੇ ਆ ਕਿ ਇਹ ਸ਼ਹਾਦਤਾਂ ਦੇ ਜਿਹੜੇ ਸਿਧਾਂਤ ਨੇ ਕੌਮਾਂ ਕੋਲ, ਜਾਂ ਤਾਂ ਉਹ ਪਿਛਲੇ ਸਮੇਂ ਵਿੱਚ ਵੀ ਸਹੀ ਨਹੀਂ ਸਨ ਜਾਂ ਅੱਜ ਦੇ ਸਮੇਂ ਵਿੱਚ ਇਹਨਾਂ ਦੀ ਕੋਈ ਲੋੜ ਨਹੀਂ। ਸਾਡੇ ਕੋਲ ਇਸ ਤਰ੍ਹਾਂ ਦੇ ਬਹੁਤ ਸਾਰੇ ਸਬੂਤ ਮੌਜੂਦ ਹਨ, ਉਦਾਹਰਨਾਂ ਹਨ ਅੱਜ ਦੇ ਸਮੇਂ ਵਿੱਚ।
ਸਾਡੇ ਸਿੱਖ ਸਮਾਜ ਵਿੱਚ, ਜਿੱਥੋਂ ਇਹ ਸਿੱਧ ਹੁੰਦਾ ਹੈ ਕਿ ਇਹ ਲੋਕ ਜਿੱਥੇ ਸ਼ਹਾਦਤਾਂ ਤੋਂ ਇਨਕਾਰੀ ਹਨ, ਉੱਥੇ ਇਹ ਸ਼ਹੀਦਾਂ ਦੇ ਡੁੱਲੇ ਹੋਏ ਖੂਨ ਤੋਂ ਵੀ ਇਨਕਾਰੀ ਹੋ ਰਹੇ ਹਨ। ਤੇ ਸ਼ਹੀਦੀਆਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਜੀ। ਬਿਲਕੁਲ ਜੀ, ਬਿਲਕੁਲ ਜੀ। ਤੇ ਇਹ ਆਪ ਤਾਂ ਇਨਕਾਰੀ ਹੋ ਹੀ ਰਹੇ ਹਨ, ਉੱਥੇ ਸਿੱਖ ਕੌਮ ਦੇ ਵਿੱਚ ਵੀ ਇਹੋ ਜਿਹੇ ਭਰਮ ਭੁਲੇਖੇ ਪਾ ਰਹੇ ਹਨ, ਜਿਸ ਤੋਂ ਸਿੱਖ ਕੌਮ ਦੇ ਵਿੱਚ ਸ਼ਹਾਦਤ ਦੇ ਸਿਧਾਂਤ ਪ੍ਰਤੀ, ਸ਼ਹੀਦਾਂ ਪ੍ਰਤੀ, ਸ਼ਹੀਦਾਂ ਦੇ ਡੁੱਲੇ ਹੋਏ ਖੂਨ ਪ੍ਰਤੀ ਸ਼ੰਕੇ ਖੜੇ ਕੀਤੇ ਜਾ ਸਕਣ। ਉਹਨਾਂ ਬਹੁਤ ਸਾਰੀਆਂ ਉਦਾਹਰਨਾਂ ਵਿੱਚੋਂ ਇੱਕ ਉਦਾਹਰਨ ਆਪਾਂ ਆਪਣੇ ਸਰੋਤਿਆਂ ਨਾਲ ਸਾਂਝੀ ਕਰਨੀ ਚਾਹੁੰਦੇ ਹਾਂ, ਜਿਸ ਵਿੱਚ ਹਰਜਿੰਦਰ ਸਿੰਘ ਦਲਗੀਰ, ਜੋ ਆਪਣੇ ਆਪ ਨੂੰ ਆਪਣੇ ਨਾਂ ਦੇ ਅੱਗੇ ਡਾਕਟਰ ਹਰਜਿੰਦਰ ਸਿੰਘ ਦਲਗੀਰ ਲਾਉਂਦੇ ਆ, ਉਹਨਾਂ ਵੱਲੋਂ ਬੜੇ ਹੀ ਲੁਕਵੇਂ ਢੰਗ ਨਾਲ ਸਾਡੀ ਕੌਮ ਦੇ ਮਹਾਨ ਸ਼ਹੀਦਾਂ ਦੀ ਸ਼ਹਾਦਤ ਨੂੰ ਰੋਲਣ ਹੀ ਨਹੀਂ, ਝੁਠਲਾਉਣ ਦੀ ਵੀ ਕੋਸ਼ਿਸ਼ ਕੀਤੀ ਹੈ। ਜਿੱਥੇ ਤਰ੍ਹਾਂ ਤਰ੍ਹਾਂ ਦੇ ਸ਼ੰਕੇ ਪਾ ਕੇ ਸਾਡੇ ਇਤਿਹਾਸ ਨੂੰ ਸਾਤੋਂ ਦੂਰ ਕੀਤਾ ਜਾ ਰਿਹਾ ਹੈ, ਉੱਥੇ ਸਾਡੇ ਸ਼ਹੀਦਾਂ ਨੂੰ ਵੀ ਸਾਤੋਂ ਖੋਹਣ ਦੀਆਂ ਕੋਝੀਆਂ ਕੋਸ਼ਿਸ਼ਾਂ ਕਰ ਰਹੇ ਨੇ ਇਹ। ਜਿਸ ਤਰ੍ਹਾਂ ਤੁਹਾਨੂੰ ਚੇਤਾ ਹੀ ਹੋਵੇ ਕਿ ਪਿਛਲੇ ਦਿਨੀ ਡਾਕਟਰ ਸਾਹਿਬ ਵੱਲੋਂ ਇਹ ਕਿਹਾ ਗਿਆ ਸੀ ਕਿ ਸ਼੍ਰੀ ਅਕਾਲ ਤਖਤ ਸਾਹਿਬ 6ਵੇਂ ਪਾਤਸ਼ਾਹ ਵੱਲੋਂ ਨਹੀਂ ਬਣਾਇਆ ਗਿਆ ਜਾਂ ਨਹੀਂ ਉਸਾਰਿਆ ਗਿਆ। ਇਸੇ ਤਰ੍ਹਾਂ ਹੀ ਡਾਕਟਰ ਸਾਹਿਬ ਵੱਲੋਂ ਇੱਕ ਆਰਟੀਕਲ ਲਿਖ ਕੇ ਕੁਝ ਸਾਲ ਪਹਿਲਾਂ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਭਾਈ ਮੋਤੀ ਰਾਮ ਜੀ ਮਹਿਰਾ ਨਾਂ ਦੀ ਕੋਈ ਸ਼ਖਸੀਅਤ ਸਿੱਖ ਇਤਿਹਾਸ ਵਿੱਚ ਨਹੀਂ ਹੋਈ। ਬਿਲਕੁਲ ਯਾਦ ਹੈ। ਹਾਂਜੀ, ਇਸ ਦੇ ਨਾਲ ਹੀ ਉਹਨਾਂ ਨੇ ਗੰਗੂ ਬ੍ਰਾਹਮਣ ਨੂੰ ਵੀ ਸ਼ੱਕ ਦੇ ਘੇਰੇ ਵਿੱਚ ਖੜਾ ਕੀਤਾ ਸੀ ਕਿ ਗੰਗੂ ਬ੍ਰਾਹਮਣ ਨਾਂ ਦਾ ਵੀ ਕੋਈ ਸ਼ਖਸ ਇਤਿਹਾਸ ਨਾਲ ਸੰਬੰਧਿਤ ਨਹੀਂ ਹੈਗਾ। ਸੋ 29 ਦਸੰਬਰ 2016 ਦੇ ਅਖਬਾਰ ਵਿੱਚ ਇੱਕ ਖਬਰ ਛਪੀ ਸੀ, ਜਿਸ ਦਾ ਹੈਡਿੰਗ ਜਸਟ ਇੱਕ ਮਿੰਟ ਮੈਂ ਮੁੜ ਕੱਢ ਲਾਂ, ਉਸ ਦਾ ਹੈਡਿੰਗ ਸੀ ਜੀ ਦਰਅਸਲ ਚੱਕਰ ਇਹ ਆ ਨਾ, ਇਹ ਲੋਕ ਜਿਵੇਂ ਇਹਨਾਂ ਦਾ ਅਕੀਦਾ ਆ ਗੁਰੂ ਦੇ ਪ੍ਰਤੀ, ਤੇ ਪੈਸਾ ਇਹਨਾਂ ਦਾ ਧਰਮ ਆ, ਤੇ ਇਹ ਆਪਣੀ ਲਾਈਫ ਦੀ ਕੁਆਲਿਟੀ ਬੇਸਡ ਹੀ ਸਾਡੇ ਪੁਰਾਤਨ ਜਿਹੜੇ ਇਤਿਹਾਸ ਦੇ ਸ਼ਹੀਦ ਜਾਂ ਨਾਇਕ ਨੇ, ਉਹਨਾਂ ਨੂੰ ਉਸੇ ਹੀ ਤਰੀਕੇ ਨਾਲ ਤੋਲਦੇ ਆ ਵੀ ਜੇ ਮੈਂ ਨਹੀਂ ਕਰ ਸਕਦਾ ਤੇ ਉਹ ਕਿਵੇਂ ਕਰ ਸਕਦੇ ਸੀਗੇ। ਬਿਲਕੁਲ ਜੀ, ਬਿਲਕੁਲ। ਹੁਣ ਜਦ ਕਿ ਅਸੀਂ ਹੁਣ ਤੱਕ ਇਹ ਸੁਣਦੇ ਆਏ ਹਾਂ ਇਤਿਹਾਸ ਵਿੱਚੋਂ ਪ੍ਰਚਾਰਕਾਂ ਵੱਲੋਂ ਕਿ ਜਦੋਂ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਠੰਡੇ ਬੁਰਜ ਵਿੱਚ ਕੈਦ ਸਨ, ਤਾਂ ਬਾਬਾ ਮੋਤੀ ਰਾਮ ਮਹਿਰਾ ਜੀ ਨੇ ਉਸ ਠੰਡੀ ਰਾਤ ਵਿੱਚ ਗੁਰੂ ਲਾਲਾ ਨੂੰ ਅਤੇ ਮਾਤਾ ਜੀ ਨੂੰ ਗਰਮ ਦੁੱਧ ਛਕਾਉਣ ਦੀ ਸੇਵਾ ਕੀਤੀ ਸੀ, ਜਿਸ ਦੇ ਜੁਰਮ ਵਿੱਚ ਬਾਅਦ ਵਿੱਚ ਬਾਬਾ ਮੋਤੀ ਰਾਮ ਮਹਿਰਾ ਜੀ ਅਤੇ ਉਹਨਾਂ ਦੇ ਪਰਿਵਾਰ ਨੂੰ ਕੋਹਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਸ਼ਹੀਦ ਹੋਣ ਤੋਂ ਪਹਿਲਾਂ ਬਾਬਾ ਮੋਤੀ ਰਾਮ ਮਹਿਰਾ ਜੀ ਅੱਗੇ ਇਹ ਸ਼ਰਤ ਵੀ ਰੱਖੀ ਗਈ ਸੀ ਕਿ ਜਾਂ ਤਾਂ ਉਹ ਆਪਣੇ ਧਰਮ, ਸਿਧਾਂਤ, ਸਿਦਕ ਦਾ ਰਸਤਾ ਛੱਡ ਦੇ, ਜੇ ਨਹੀਂ ਛੱਡੇਗਾ ਤਾਂ ਮੌਤ ਪ੍ਰਵਾਨ ਕਰਨੀ ਪਵੇਗੀ। ਤੇ ਬਾਬਾ ਮੋਤੀ ਰਾਮ ਮਹਿਰਾ ਜੀ ਅਤੇ ਉਹਨਾਂ ਦੇ ਪਰਿਵਾਰ ਨੇ ਮੌਤ ਦਾ ਰਸਤਾ ਚੁਣਿਆ ਸੀ। ਸਰਦਾਰ ਕਪੂਰ ਸਿੰਘ ਜੀ ਉਹ ਲਿਖਦੇ ਨੇ ਸ਼ਹਾਦਤ ਬਾਰੇ ਕਿ ਜਿੱਥੇ ਮਨੁੱਖ ਕੋਲੇ ਬਚਣ ਲਈ ਸਾਰੇ ਰਸਤੇ ਮੌਜੂਦ ਹੋਣ ਤੇ ਉਹ ਮਨੁੱਖ ਫੇਰ ਵੀ ਮੌਤ ਦਾ ਰਾਹ ਚੁਣੇ, ਉਹ ਰਾਹ ਸ਼ਹਾਦਤ ਤੱਕ ਜਾਂਦਾ ਕਹਿੰਦੇ। ਸੋ ਇੱਥੇ ਵੀ ਬਾਬਾ ਮੋਤੀ ਰਾਮ ਜੀ ਮਹਿਰਾ ਕੋਲੇ ਅਤੇ ਉਹਨਾਂ ਦੇ ਪਰਿਵਾਰ ਕੋਲੇ ਦੋਨੋਂ ਰਸਤੇ ਮੌਜੂਦ ਸਨ, ਇੱਕ ਮੌਤ ਦਾ ਤੇ ਇੱਕ ਜੀਵਨ ਦਾ।
ਮੌਤ ਵੀ ਠੀਕ ਹੈ ਜੀ। ਮੌਤ ਵੀ ਇੱਕ ਖੌਫਨਾਕ ਰੂਪ ਵਿੱਚ ਆਉਣੀ ਸੀ। ਜੀ। ਪਹਿਲਾਂ ਪੈਰ ਕੋਹਲੂ ਵਿੱਚ ਦਿੱਤੇ ਜਾਣਗੇ ਤੇ ਬਲਦ ਕੋਹਲੂ ਨੂੰ ਗੇੜਾ ਦੇਣਗੇ। ਫਿਰ ਹੌਲੀ ਹੌਲੀ ਬਹੁਤ ਦਰਦਨਾਕ ਪੀੜਾ ਦੀ ਮੌਤ ਸੀਗੀ ਜੀ। ਬਿਲਕੁਲ, ਫਿਰ ਹੌਲੀ ਹੌਲੀ ਦੇਖੋ, ਫੀਲ ਕਰੋ ਕਿ ਹੌਲੀ ਹੌਲੀ ਆਪਣਾ ਸਰੀਰ ਕੋਹਲੂ ਵਿੱਚ ਦੀ ਪੀੜਿਆ ਜਾਵੇਗਾ ਤੇ ਕੜ ਕੜ ਕਰਦੀਆਂ ਜਦੋਂ ਹੱਡੀਆਂ ਟੁੱਟਣਗੀਆਂ ਤੇ ਸਰੀਰ ਵਿੱਚੋਂ ਲਹੂ ਦੇ ਫੁਹਾਰੇ ਛੁੱਟਣਗੇ। ਜੀ। ਕੋਹਲੂ ਗਿਰਦਾ ਹੋਇਆ ਛਾਤੀ ਤੱਕ ਆਵੇਗਾ, ਫੇਰ ਕਿਤੇ ਜਾ ਕੇ ਪ੍ਰਾਣ ਜਿਹੜੇ ਹੈਗੇ ਆ ਉਹ ਸਰੀਰ ਵਿੱਚੋਂ ਉੱਡਣਗੇ। ਜੀ। ਸੋ ਆਓ ਹੁਣ ਆਪਾਂ ਪ੍ਰੋਗਰਾਮ ਨੂੰ ਅੱਗੇ ਤੋਰਦੇ ਹੋਏ ਇਹਨਾਂ ਘਟਨਾਵਾਂ ਨੂੰ ਲੜੀਵਾਰ ਰੂਪ ਵਿੱਚ ਇਤਿਹਾਸਕ ਸਰੋਤਾਂ ਵਿੱਚੋਂ ਲੈ ਕੇ ਅੱਗੇ ਤੋਰਦੇ ਹਾਂ ਜੀ। ਜੀ। ਸੋ ਸਭ ਤੋਂ ਪਹਿਲਾਂ ਸਰੋਤਿਆਂ ਤੋਂ ਸ਼ੁਰੂ ਵਿੱਚ ਹੀ ਆਪਾਂ ਮਾफ़ੀ ਮੰਗ ਲੈਂਦੇ ਹਾਂ ਕਿ ਸ਼ਬਦਾਂ ਨੂੰ ਬੋਲਦੇ ਹਾਂ ਜਾਂ ਘਟਨਾਵਾਂ ਨੂੰ ਬਿਆਨ ਕਰਦੇ ਹਾਂ ਬਹੁਤ ਸਾਰੀਆਂ ਗਲਤੀਆਂ ਹੋ ਜਾਣਗੀਆਂ। ਸੋ ਉਹਨਾਂ ਲਈ ਪਹਿਲਾਂ ਹੀ ਮਾफ़ੀ ਮੰਗ ਲੈਂਦੇ ਹਾਂ ਜੀ। ਨਹੀਂ, ਕੋਈ ਗੱਲ ਨਹੀਂ। ਤੁਸੀਂ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਆਪਣੇ ਬੈਸਟ ਆਫ ਯੂਰ ਅਬਿਲਿਟੀ ਕੋਸ਼ਿਸ਼ ਕਰੋ ਕਿ ਆਪਾਂ ਉਹਨਾਂ ਸ਼ਹੀਦਾਂ ਦੀ ਉਸਤਤ ਦੇ ਵਿੱਚ ਸੰਗਤ ਦੇ ਨਾਲ ਵਿਚਾਰਾਂ ਦੀ ਸਾਂਝ ਕਰ ਰਹੇ ਹਾਂ, ਸਜਦਾ ਕਰ ਰਹੇ ਹਾਂ, ਪ੍ਰਣਾਮ ਕਰ ਰਹੇ ਹਾਂ, ਆਪਾਂ ਕਰ ਸਕੀਏ ਤੇ ਗੁਰੂ ਬਖਸ਼ਿੰਦਾ ਜੀ। ਸੋ ਗੱਲ ਆਪਾਂ ਸਾਰਸਾ ਨਦੀ ਦੇ ਕੰਢੇ ਤੋਂ ਜਿਹੜੀ ਜੰਗ ਹੋਈ ਸੀ ਉੱਥੋਂ ਸ਼ੁਰੂ ਕਰਦੇ ਹਾਂ। ਜਦੋਂ ਧਰਮ ਦੀਆਂ ਸੌਹਾਂ ਖਾ ਕੇ ਸਤਿਗੁਰ ਜੀ ਨੂੰ ਸ੍ਰੀ ਅਨੰਦਪੁਰ ਸਾਹਿਬ ਛੱਡਣ ਲਈ ਤਰਲੇ ਅਤੇ ਮਿੰਨਤਾਂ ਪਾਉਣ ਵਾਲੇ ਅਧਰਮੀ ਜਿਹੜੇ ਪਹਾੜੀ ਰਾਜੇ ਸੀ ਅਤੇ ਮੁਗਲਾਂ ਨੇ ਸਭ ਸੌਹਾਂ ਭਰੇ ਵਾਅਦੇ ਜੋ ਕੀਤੇ ਛਿੱਕੇ ਟੰਗ ਕੇ ਆਨੰਦਪੁਰੀ ਨੂੰ ਛੱਡ ਕੇ ਜਾ ਰਹੇ ਸਤਿਗੁਰ ਜੀ ਅਤੇ ਸਿੱਖਾਂ ਦੇ ਉੱਪਰ ਹਮਲਾ ਬੋਲ ਦਿੱਤਾ ਪਿੱਛੋਂ। ਸੋ ਇਸ ਘਟਨਾ ਨੂੰ ਇਸ ਜੰਗ ਬਾਰੇ ਇਸ ਘਟਨਾ ਨੂੰ ਜੋਗੀ ਅੱਲਾ ਯਾਰ ਖਾਂ ਇਸ ਤਰ੍ਹਾਂ ਲਿਖਦੇ ਨੇ। ਉਹ ਕਹਿੰਦੇ ਨੇ ਕਿ ਬਦਬਖਤੋਂ ਨੇ ਜੋ ਵਾਅਦਾ ਕੀਆ ਥਾ ਬਿਸਰ ਗਏ, ਨਾ ਮਰਦ ਕੌਲ ਕਰਕੇ ਜਵਾਨ ਸੇ ਮੁਕਰ ਗਏ, ਗੋਬਿੰਦ ਸਿੰਘ के शेर भी फौरन बिफर गए, तलवारें सूत सूत के रन में उतर गए, मैदान को एक आन में चरंग कर दिया, रुस्तम भी आया सामने तो दंग कर दिया। क्या बात है, क्या बात है। ਸੋ ਬਾਬਾ ਅਜੀਤ ਸਿੰਘ ਜੀ, ਭਾਈ ਉਦੈ ਸਿੰਘ ਜੀ ਅਤੇ ਭਾਈ ਜੀਵਨ ਸਿੰਘ ਜੀ ਆਦਿਕ ਨੇ ਸਿੰਘਾਂ ਦੀਆਂ ਫੌਜਾਂ ਨਾਲ ਵੈਰੀਆਂ ਦੇ ਟਿੱਡੀ ਦਲ ਨੂੰ ਰੋਕ ਕੇ ਲੋਹੇ ਦੇ ਚਣੇ ਚਬਾਉਂਦਿਆਂ ਇੱਥੇ ਘਸਮਾਣ ਦਾ ਜੰਗ ਕੀਤਾ ਤੇ ਵੈਰੀ ਦਲ ਨੂੰ ਰੋਕੀ ਰੱਖਿਆ। ਸੋ ਇੱਥੇ ਭਾਈ ਉਦੈ ਸਿੰਘ ਜੀ ਜੋ ਸ਼ਾਹੀ ਟਿੱਬੀ ਦੇ ਅਸਥਾਨ 'ਤੇ ਜਿਹੜਾ ਜੰਗ ਹੋਇਆ ਸੀ ਉੱਥੇ ਸ਼ਹਾਦਤ ਦਾ ਜਾਮ ਪੀ ਜਾਂਦੇ ਆ। ਇਹ ਭਾਈ ਉਦੈ ਸਿੰਘ ਜੀ ਭਾਈ ਬਚਿੱਤਰ ਸਿੰਘ ਜੀ ਦੇ ਸਕੇ ਭਰਾ ਸਨ ਅਤੇ ਸ਼ਹੀਦ ਭਾਈ ਮਨੀ ਸਿੰਘ ਉਹਨਾਂ ਦੇ ਇਹ ਸਪੁੱਤਰ ਸਨ ਜੀ। ਸੋ ਇੱਥੇ ਅੱਲਾਹੂ ਅਕਬਰ ਅਤੇ ਜਵਾਬ ਵਿੱਚ ਗੂੰਜਦੇ ਸਤਿ ਸ਼੍ਰੀ ਅਕਾਲ ਦੇ ਜਕਾਰੇ ਕਾਲੀ ਬੋਲੀ ਪੋਹ ਦੀ ਰਾਤ ਨੂੰ ਹੋਰ ਵੀ ਭਿਆਨਕ ਬਣਾ ਰਹੇ ਸਨ। ਇੱਕ ਸਰਦਾਰ ਸਾਹਿਬ, ਮੈਂ ਇੱਕ ਆਪ ਜੀ ਨੂੰ ਬੇਨਤੀ ਕਰਨੀ ਚਾਹੁੰਦਾ। ਮੈਨੂੰ ਹੁਣੇ ਇੱਕ ਸਰੋਤੇ ਵੱਲੋਂ ਮੈਸੇਜ ਆਇਆ। ਤੁਸੀਂ ਇੱਕ ਤੁਹਾਡੇ ਫੋਨ 'ਚ ਥੋੜੀ ਜਿਹੀ ਈਕੋ ਦੀ ਆਵਾਜ਼ ਆ ਰਹੀ ਹੈ ਸ਼ਾਇਦ, ਤੇ ਇਹਨੂੰ ਇੱਕ ਜਗ੍ਹਾ ਸਹੀ ਤਰੀਕੇ ਨਾਲ ਸਥਾਪਿਤ ਮੜਿਆ ਕਰਕੇ ਤੇ ਫਿਰ ਸੈਟਿੰਗ ਕਰੋ। ਦੇਖੋ ਕੀ ਵਜ੍ਹਾ ਆ ਰਹੀ ਹੈ। ਥੋੜੀ ਆਵਾਜ਼ ਬੈਕ ਐਂਡ ਫੋਰਥ ਟਕਰਾ ਰਹੀ ਹੈ ਥੋੜੀ ਜਿਹੀ। ਓਕੇ, ਹੁਣ ਦੇਖ ਲੈਂਦੇ ਹਾਂ ਜੀ। ਵਾਹਿਗੁਰੂ ਜੀ। ਹਾਂਜੀ, ਸੋ ਸਰਸਾ ਦਾ ਪਾਣੀ ਸ਼ੁਗਦਾ ਹੋਇਆ ਕੰਢਿਆਂ ਤੋਂ ਬਾਹਰ ਹੋ ਕੇ ਉਬਾਲੇ ਮਾਰ ਰਿਹਾ ਹੈ। ਹੱਥ ਪਸਾਰਿਆਂ ਨਜ਼ਰ ਨਹੀਂ ਸੀ ਆ ਰਿਹਾ। ਪੋਹ ਦੇ ਮਹੀਨੇ ਦੀ ਅੱਤ ਸਰਦੀ ਹਵਾ ਦਾ ਰੂਪ ਧਾਰ ਕੇ ਸਰੀਰ ਨੂੰ ਕੰਬਣੀ ਛੇੜ ਰਹੀ ਸੀ। ਇੰਨੀ ਜ਼ਿਆਦਾ ਉਸ ਟਾਈਮ ਜਿਹੜੀ ਠੰਡ ਪੈ ਰਹੀ ਸੀ। ਸੋ ਫਰੀਜ਼ਿੰਗ ਨਾਈਟ ਸੀ ਜੀ। ਬਿਲਕੁਲ ਜੀ। ਸੋ ਇਹਨਾਂ ਹਾਲਾਤਾਂ ਦੇ ਵਿੱਚ ਵੀ ਨੇਮ ਦੇ ਪੱਕੇ ਸਤਿਗੁਰ ਕਲਗੀਧਰ ਜੀ ਨੇ ਨੇਮ ਆਪਣਾ ਨਿਭਾਉਣ ਦੇ ਪੂਰਨੇ ਪਾਉਣ ਲਈ, ਸਾਡੇ ਲਈ ਪੂਰਨੇ ਪਾਉਣ ਵਾਸਤੇ ਸਰਸਾ ਦੇ ਕੰਢੇ ਬੈਠ ਕੇ
ਸ਼੍ਰੀ ਆਸਾ ਜੀ ਦੀ ਵਾਰ ਦਾ ਦੀਵਾਨ ਸਜਾ ਦਿੱਤਾ। ਵਾਹਿਗੁਰੂ। ਜਿਉਂ ਹੀ ਕਲਗੀਧਰ ਪਾਤਸ਼ਾਹ। ਜਿਉਂ ਹੀ ਸ੍ਰੀ ਆਸਾ ਜੀ ਦੀ ਵਾਰ ਦੇ ਭੋਗ ਪਏ, ਬਾਬਾ ਅਜੀਤ ਸਿੰਘ ਜੀ ਅਤੇ ਹੋਰ ਮੁਖੀ ਸਿੰਘਾਂ ਵੱਲੋਂ ਮਿਲੀ ਤਾਜ਼ਾ ਜੰਗੀ ਹਾਲਾਤਾਂ ਦੀ ਜਾਣਕਾਰੀ ਤੋਂ ਬਾਅਦ ਗੁਰਦੇਵ ਜੀ ਨੇ ਨਦੀਆਂ ਪਾਰ ਹੋ ਕੇ ਰੋਪੜ ਵੱਲ ਜਾਣ ਲਈ ਸਰਸਾ ਨਦੀ ਵਿੱਚ ਆਪਣਾ ਜੋ ਘੋੜਾ ਸੀ ਉਹ ਠੇਲ ਦਿੱਤਾ। ਜੀ ਸਤਿਗੁਰ ਜੀ ਦੇ ਮਗਰ ਹੀ ਸਿੰਘਾਂ ਦੇ ਇਸ ਵਹੀਰ ਨੇ ਸਰਸਾ ਵਿੱਚ ਆਪਾ ਠੇਲ ਦਿੱਤਾ ਤੇ ਪਿੱਛੋਂ ਦੁਸ਼ਮਣ ਅਜੇ ਵੀ ਲਲਕਾਰੇ ਮਾਰ ਰਿਹਾ ਸੀ। ਐਸੀ ਭਗਦੜ ਮੱਚੀ ਕਿ ਸਰਸਾ ਦੇ ਤੇਜ਼ ਵਹਾਅ ਨੇ ਕੀਮਤੀ ਖਜ਼ਾਨਾ, ਬੇਸ਼ਕੀਮਤੀ ਸਾਹਿਤ, ਘੋੜੇ, ਰੱਥ, ਤੋਪਖਾਨਾ, ਬਰੂਦ ਅਤੇ ਸਿੰਘਾਂ ਦੀਆਂ ਜਾਨਾਂ ਆਪਣੇ ਆਪੇ ਵਿੱਚ ਸਮੇਟਣੀਆਂ ਸ਼ੁਰੂ ਕਰ ਦਿੱਤੀਆਂ। ਜੀ ਜੀ ਪਾਣੀ ਦੇ ਵਹਾਅ ਨਾਲ ਲੜਦੇ ਜਿਤਨੇ ਕੁ ਵੀ ਪਾਰ ਹੋ ਸਕਦੇ ਸੀ ਸੋ ਹੋਏ। ਮਾਲ ਅਸਬਾਬ ਦੇ ਗੱਡੇ, ਕੀਮਤੀ ਭਟਾਵਾਂ ਅਤੇ ਕੀਮਤੀ ਸਾਹਿਤ। ਹੁਣ ਇਹਦੇ ਵਿੱਚ ਇਤਿਹਾਸ ਵਿੱਚ ਆਉਂਦਾ ਕਿ ਵਿਦਿਆ ਸਾਗਰ ਗ੍ਰੰਥ ਅਤੇ ਹੋਰ ਜਿਹੜਾ ਸਾਹਿਤ ਸੀਗਾ ਉਸ ਦਾ ਭਾਰ 9 ਮਣ ਦੱਸਿਆ ਗਿਆ ਆਪਣੇ ਇਤਿਹਾਸ ਵਿੱਚ ਕਿ 9 ਮਣ ਭਾਰ ਦਾ ਗ੍ਰੰਥ ਸੀਗਾ, ਸਾਹਿਤ ਸੀਗਾ ਜੋ ਸਰਸਾ ਦੀ ਭੇਟ ਇਹ ਵੀ ਚੜ੍ਹ ਗਿਆ ਸੀ। ਵਿਦਿਆ ਸਾਗਰ ਗ੍ਰੰਥ। ਹਾਂਜੀ। ਤੇ ਹੋਰ ਅਨੇਕਾਂ ਗੁਰੂ ਦੇ ਪਿਆਰੇ ਇਸ ਸਰਸਾ ਦੀ ਭੇਟ ਚੜ੍ਹ ਗਏ ਸੀ ਇੱਥੇ। ਇਸ ਹਫੜਾ ਦਫੜੀ ਵਿੱਚ ਕੀ ਹੋਇਆ ਤੇ ਕਿਵੇਂ ਹੋਇਆ ਇਹ ਤਾਂ ਕਿਸੇ ਨੂੰ ਕੋਈ ਨਹੀਂ ਪਤਾ। ਜਿੱਧਰ ਕਿਸੇ ਦਾ ਮੂੰਹ ਆਇਆ ਉੱਧਰ ਨੂੰ ਉਹ ਭੱਜ ਤੁਰਿਆ। ਸੋ ਇਸ ਸਾਰੇ ਬਾਰੇ ਭਾਈ ਰਤਨ ਸਿੰਘ ਜੀ ਭੰਗੂ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਉਹ ਕੁਛ ਇਸ ਤਰ੍ਹਾਂ ਬਿਆਨ ਕਰਦੇ ਆ। ਉਹ ਕਹਿੰਦੇ ਆ, ਕਿਛਕ ਸਿੰਘ ਤੋਂ ਪਿੱਛੇ ਲਗਾਏ ਕਿ ਜਦੋਂ ਅਨੰਦਪੁਰ ਸਾਹਿਬ ਤੋਂ ਗੁਰੂ ਸਾਹਿਬ ਚੱਲੇ ਉੱਥੋਂ ਦੀ ਇਹ ਉੱਥੋਂ ਸਟਾਰਟ ਕਰਦੇ ਆ ਘਟਨਾ। ਕਿਛਕ ਸਿੰਘ ਤੋਂ ਪਿੱਛੇ ਲਗਾਏ ਨਾਮਦਾਰ ਥੇ ਜੋ ਗੁਰ ਭਾਏ। ਕਹਿੰਦੇ ਜਿਹੜੇ ਨਾਮਵਰ ਸਿੱਖ ਸਨ, ਲੜਾਕੂ ਸਿੰਘ ਸਨ, ਉਹਨਾਂ ਦਾ ਇੱਕ ਜੱਥਾ ਪਿੱਛੇ ਲਗਾਤਾ ਵਹੀਰ ਦੇ। ਇਸੀ ਤੌਰ ਕੁਛ ਮੂਹਰੇ ਕੀਏ। ਇਸੇ ਤਰ੍ਹਾਂ ਕਹਿੰਦੇ ਕੁਝ ਸਿੰਘਾਂ ਦਾ ਜੱਥਾ ਉਹ ਸਭ ਤੋਂ ਅੱਗੇ ਕਰ ਦਿੱਤਾ ਜਿਹੜੇ ਲੜਨ ਵਾਲੇ ਸਿੰਘ ਸਨ। ਕਿਛਕ ਦੁਬੱਲੀ ਥੇ ਕਰ ਦੀਏ। ਕਹਿੰਦੇ ਕੁਛ ਵਹੀਰ ਦੇ ਦੋਨੋਂ ਪਾਸੇ ਕਰ ਦਿੱਤੇ। ਕਬੀਲੇ ਤੋਰੇ ਮੱਧ ਛਪਾਏ। ਤੇ ਜਿਸ ਕਬੀਲੇ ਦੇ ਵਿੱਚ ਜਿਨ੍ਹਾਂ ਦੇ ਵਿੱਚ ਬਜ਼ੁਰਗ ਸਨ, ਔਰਤਾਂ ਸਨ, ਬੱਚੇ ਸਨ, ਉਹ ਵਿਚਾਲੇ ਲੈ ਲਏ। ਅੱਗੇ ਲਿਖਦੇ ਨੇ ਕਿ ਸਤਿਗੁਰ ਭਇਓ ਉਨ ਕਰਨ ਸਹਾਏ। ਕਹਿੰਦੇ ਸਤਿਗੁਰ ਜੀ ਆਪ ਇਹ ਸਾਰੇ ਕਾਸੇ ਦੀ ਬਿਉਂਤਬੰਦੀ ਦੇਖ ਰਹੇ ਸਨ, ਆਪ ਅਗਵਾਈ ਕਰ ਰਹੇ ਸਨ ਗੁਰੂ ਪਾਤਸ਼ਾਹ। ਹਾਂਜੀ। ਫਿਰ ਕਹਿੰਦੇ ਪਾਛੈ ਪੜ੍ਹੈ ਪਹਾੜੀਏ ਧਾਏ ਮਾਰ ਸਿੰਘਨ ਤੇ ਦਏ ਹਟਾਏ। ਕਹਿੰਦੇ ਪਿੱਛੋਂ ਜਦੋਂ ਕਾਫੀ ਪਿੰਡਾਂ ਲੰਘ ਆਏ ਉੱਥੋਂ ਪਿੱਛੇ ਕਹਿੰਦੇ ਪਹਾੜੀਏ ਪੈ ਗਏ ਤੇ ਸਿੰਘਾਂ ਨੇ ਉਹਨਾਂ ਦਾ ਹੱਲਾ ਮੋੜ ਦਿੱਤਾ। ਕਹਿੰਦੇ ਆਗੇ ਚੜ੍ਹ ਗਇਓ ਸਰਸਾ ਨੀਰ। ਅੱਗੇ ਕਹਿੰਦੇ ਸਰਸਾ ਦਾ ਜੋ ਪਾਣੀ ਸੀਗਾ ਨਦੀ ਉਹ ਚੜ੍ਹ ਗਈ। ਭਈ ਦੋਏ ਵੱਲੋਂ ਵੱਡ ਭੀੜ। ਕਹਿੰਦੇ ਦੋਵਾਂ ਬੱਲਿਆਂ ਤੋਂ ਹੁਣ ਸਿੰਘਾਂ ਨੂੰ ਵਹੀਰ ਨੂੰ ਭੀੜ ਪੈ ਗਈ, ਅੱਗੇ ਵੀ ਤੇ ਪਿੱਛੇ ਵੀ। ਤਹਿ ਲੋਕਨ ਕੋ ਛੁੱਟ ਗਿਓ ਧੀਰ। ਕਹਿੰਦੇ ਬਹੁਤ ਸਾਰੇ ਲੋਕਾਂ ਦਾ ਜੋ ਵਹੀਰ ਵਿੱਚ ਸਨ ਉਹਨਾਂ ਦਾ ਧੀਰਜ ਛੁੱਟ ਗਿਆ। ਹਾਂਜੀ। ਜੋ ਕੋ ਮੁੜ ਪਾਛੇ ਗਇਓ ਸੋ ਤੋਂ ਲੁੱਟ ਪਹਾੜੀਆਂ ਨ ਲਿਓ। ਕਹਿੰਦੇ ਜਿਹੜਾ ਵੀ ਪਿੱਛੇ ਗਿਆ ਉਹ ਪਹਾੜੀਆਂ ਨੇ ਲੁੱਟ ਲਿਆ। ਵੜਿਓ ਜੋ ਆਗੇ ਮੱਧ ਦਰਿਆਏ ਸੋ ਰੁੜ ਗਇਓ ਕਿਤ ਹੱਥ ਨਾ ਆਏ। ਕਹਿੰਦਾ ਜਿਹੜੇ ਵੀ ਕਾਹਲੀ ਦੇ ਵਿੱਚ ਅੱਗੇ ਦਰਿਆ ਵਿੱਚ ਗਏ ਉਹ ਰੁੜ ਗਏ, ਉਹ ਜਿਹੜੇ ਰੁੜ ਗਏ ਉਹ ਹੱਥ ਹੀ ਨਹੀਂ ਆਏ। ਉਹ ਕੋ ਆਗੇ ਕੋ ਪਾਛੇ ਵੜਿਓ ਧਰਿਓ ਨਾ ਕਿਨਹੂ ਧੀਰ। ਸਾਹਿਬਜ਼ਾਦੇ ਛੱਡ ਦਊ ਰਹੇ ਸੋ ਸਤਿਗੁਰ ਸਾਥ। ਛੋਟੇ ਗਏ ਵੱਡ ਮਾਤ ਸੰਗ ਭਈ ਐਸੀ ਕੁਛ ਬਾਤ। ਕਹਿੰਦੇ ਜਿਹੜੇ ਵੱਡੇ ਸਾਹਿਬਜ਼ਾਦੇ ਸੀ ਉਹ ਸਤਿਗੁਰ ਜੀ ਨਾਲ ਚਲੇ ਗਏ ਤੇ ਛੋਟੇ ਸਾਹਿਬਜ਼ਾਦੇ ਉਹ ਮਾਤਾ ਜੀ ਨਾਲ ਰਹਿ ਗਏ।
ਵਖਤ ਭਾਰੀ ਅਤ ਸਭ ਪਰ ਆਇਓ, ਕਉ ਕਿਤੈ ਕਉ ਕਿਤ ਬਲ ਧਾਇਓ, ਐਸਾ ਸਮਾਂ ਉਹਾਂ ਵਰਤ ਗਇਓ। ਕਹਿੰਦੇ ਜਿਹਦਾ ਕਿਸੇ ਦਾ ਜਿੱਧਰ ਨੂੰ ਮੂੰਹ ਆਇਆ ਉੱਧਰ ਨੂੰ ਨਿਕਲ ਗਿਆ, ਐਸਾ ਸਮਾਂ ਆਇਆ। ਅੱਗੇ ਲਿਖਦੇ ਨੇ ਕਿ ਜੋ ਜੀ ਅੱਗੇ ਲਿਖਦੇ ਨੇ, ਕਹਿੰਦੇ ਬਰੂਦ ਰਾਮ ਜੰਗੇ ਗਿੱਲੇ ਭਏ, ਉਹਾਂ ਚੱਲਣ ਤੇ ਸੋ ਰਹਿ ਗਏ। ਹੁਣ ਕਹਿੰਦੇ ਉੱਧਰੋਂ ਤਾਂ ਦੁਸ਼ਮਣ ਪਿੱਛੇ ਹਮਲਾ ਕਰ ਰਿਹਾ ਸੀ ਅਤੇ ਇੱਧਰ ਜੋ ਬਰੂਦ ਸੀ, ਤੋਪਾਂ ਸੀ, ਉਹ ਸਾਰੇ ਗਿੱਲੇ ਹੋ ਗਏ ਅਤੇ ਉਹ ਵੀ ਚੱਲਣੋਂ ਰਹਿ ਗਏ। ਕਿਸੇ ਨਾ ਪੈਰੀ ਪਹਿਨੀ ਰਹੀ, ਐਸੀ ਬਿਪਤ ਸਭਨ ਪਰ ਪਈ, ਔਰ ਨਦੀ ਜੋ ਆਗੈ ਬਹਿਤੀ, ਉਹਨੇ ਡਬੋਈ ਜੋ ਚੀਜ਼ ਰਹਿਤੀ। ਕਹਿੰਦੇ ਵੀ ਜੋ ਕੁਛ ਰਹਿ ਗਿਆ ਉਹ ਸਰਸਾ ਨਦੀ ਦੀ ਭੇਟ ਚੜ੍ਹ ਗਿਆ ਉੱਥੇ। ਜੀ ਜੀ। ਸੋ ਸਤਿਗੁਰ ਜੀ ਨੇ ਸਰਸਾ ਦੇ ਕੰਢੇ ਮੁਗਲੀਆਂ ਫੌਜ ਨੂੰ ਰੋਕਣ ਲਈ ਭਾਈ ਜੀਵਨ ਸਿੰਘ ਜੀ ਦੀ ਅਗਵਾਈ ਵਿੱਚ 100 ਕੁ ਸਿੰਘਾਂ ਦੀ ਜ਼ਿੰਮੇਵਾਰੀ ਲਾਈ, ਤਾਂ ਜੋ ਪਿੱਛੇ ਆ ਰਹੇ ਦੁਸ਼ਮਣ ਨੂੰ ਠੱਲ ਪਾਈ ਜਾ ਸਕੇ ਅਤੇ ਬਾਕੀ ਦੇ ਸਿੰਘ ਜਲਦੀ ਜਲਦੀ ਸਰਸਾ ਪਾਰ ਕਰ ਸਕਣ। ਸਰਸਾ ਨਦੀ ਦੇ ਕਿਨਾਰੇ ਹੋਏ ਇਸ ਜੰਗ ਵਿੱਚ ਭਾਈ ਜੀਵਨ ਸਿੰਘ ਜੀ ਅਤੇ ਹੋਰ ਸਿੰਘਾਂ ਨੇ ਦੁਸ਼ਮਣ ਨਾਲ ਬਹਾਦਰੀ ਨਾਲ ਲੋਹਾ ਲਿਆ ਅਤੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਜੋ ਭਾਈ ਜੀਵਨ ਸਿੰਘ ਜੀ ਦਾ ਇੱਥੇ ਜੱਥਾ ਲੜਿਆ ਸੀ, ਉਹ ਇੱਥੇ ਸ਼ਹਾਦਤਾਂ ਪ੍ਰਾਪਤ ਕਰ ਗਏ। ਸਰਸਾ ਦੇ ਕਿਨਾਰੇ ਸਭ ਤੋਂ ਭਿਆਨਕ ਵਰਤਾਰਾ ਜੋ ਵਾਪਰਿਆ ਉਹ ਇਹ ਸੀ ਕਿ ਇਸ ਭਗਦੜ ਵਿੱਚ ਗੁਰੂ ਸਾਹਿਬ ਜੀ ਦਾ ਜੋ ਪਰਿਵਾਰ ਸੀ ਉਹ ਇਸ ਅਸਥਾਨ ਤੋਂ ਵਿਛੜ ਗਿਆ। ਗੁਰੂ ਜੀ ਹਾਂਜੀ ਇੱਥੇ ਹੋ ਗਏ। ਗੁਰੂ ਜੀ ਦੋਵੇਂ ਵੱਡੇ ਸਾਹਿਬਜ਼ਾਦੇ ਅਤੇ ਥੋੜ੍ਹੇ ਜਿਹੇ ਸਿੰਘ ਸਰਸਾ ਨਦੀ ਪਾਰ ਹੋ ਗਏ ਅਤੇ 40 ਕੁ ਸਿੰਘਾਂ ਨਾਲ ਰੋਪੜ ਨਜ਼ਦੀਕ ਕੋਟਲਾ ਨਿਹੰਖਾਂ ਪੁੱਜ ਜਾਂਦੇ ਆ। ਅਤੇ ਗੁਰਦੇਵ ਜੀ ਦੇ ਮਹਿਲ ਭਾਈ ਮਨੀ ਸਿੰਘ ਜੀ ਅਤੇ ਭਾਈ ਜਵਾਹਰ ਸਿੰਘ ਜੀ ਆਦਿਕ ਨਾਲ ਕਿਸੇ ਹੋਰ ਪਾਸੇ ਨਿਖੜ ਗਏ ਅਤੇ ਕਈ ਪ੍ਰਕਾਰ ਦੀਆਂ ਤਕਲੀਫਾਂ ਦਾ ਉਹ ਟਾਕਰਾ ਕਰਦੇ ਹੋਏ ਦਿੱਲੀ ਵੱਲ ਨੂੰ ਕੂਚ ਕਰ ਗਏ ਇੱਥੋਂ। ਅਤੇ ਦੋਨੋਂ ਜੋ ਛੋਟੇ ਸਾਹਿਬਜ਼ਾਦੇ ਸਨ ਅਤੇ ਮਾਤਾ ਗੁਜਰੀ ਜੀ ਨੂੰ ਸਰਸਾ ਦੇ ਸ਼ਿਊਕ ਦੇ ਪਾਣੀ ਅਤੇ ਚੜ੍ਹੇ ਹੋਏ ਪਾਣੀ ਨੇ ਨਦੀ ਪਾਰ ਨਾ ਕਰਨ ਦਿੱਤੀ। ਉਹ ਕਲਗੀਧਰ ਜੀ ਅਤੇ ਸਿੰਘਾਂ ਦੇ ਬਾਕੀ ਵਖੀਰ ਤੋਂ ਨਿਖੜ ਕੇ ਸਰਸਾ ਦੇ ਕੰਢੇ ਕੰਢੇ ਤੁਰਦੇ ਉਲਟ ਦਿਸ਼ਾ ਵੱਲ ਚੱਲ ਪੈਂਦੇ ਆ ਉਹ ਇੱਥੋਂ। ਇਸ ਬਾਰੇ ਯੋਗੀ ਅੱਲਾ ਯਾਰ ਖਾਨ ਲਿਖਦੇ ਨੇ, ਉਹ ਕਹਿੰਦੇ ਜ਼ੋਰਾਵਰ ਔਰ ਫਤਿਹ ਜੋ ਦਾਦੀ ਕੇ ਸਾਥ ਥੇ, ਦਾएं की जगह चल दिए वो बाएं हाथ थे। ਸੋ ਸਿੰਘਾਂ ਨੇ ਇਸ ਵਿਪਤਾ ਭਰੇ ਸਮੇਂ ਵਿੱਚ ਉਹਨਾਂ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਹਾਲਾਤਾਂ ਦੇ ਕਾਰਨ ਉਹ ਬਹੁਤਾ ਸਮਾਂ ਇੱਥੇ ਲੱਭ ਨਾ ਸਕੇ, ਅਟਕ ਨਾ ਸਕੇ। ਪਰ ਸਿੰਘਾਂ ਦੇ ਮਨ ਵਿੱਚ ਇਹ ਬਹੁਤ ਡੂੰਘੀ ਚਿੰਤਾ ਵੀ ਬਣੀ ਹੋਈ ਸੀ ਕਿ ਕਿਤੇ ਸਾਹਿਬਜ਼ਾਦੇ ਅਤੇ ਮਾਤਾ ਜੀ ਦੁਸ਼ਮਣਾਂ ਦੇ ਹੱਥ ਨਾ ਆ ਜਾਣ। हर चंद की तलाश ना पाया निशां कहीं, छोड़ा था जिस जगह पे नहीं थे वहाँ कहीं, पा जाएं फिक्र था ना उन्हें दुश्मन कहीं, माता के साथ चल दिए शहजादगां कहीं। ਇਤਿਹਾਸਕ ਬੋਲਾਂ ਨੂੰ ਪੜ੍ਹ ਰਹੇ ਹੋ ਤੇ ਸੱਚ ਕਰਕੇ ਜਾਣਿਓ ਬਈ ਸ਼ਰਵਣ ਕਰਦਿਆਂ ਜਿਹੜਾ ਆ ਮਨ ਤੇ ਅੱਖਾਂ ਡੁੱਲ ਕੇ ਖਾਂਦੀਆਂ ਨੇ। ਔਰ ਜਿਸ ਇਤਿਹਾਸਕਾਰ ਨੇ ਆਪਣੀ ਕਲਮ ਦੇ ਵਿੱਚ ਇਹਨਾਂ ਹਾਲਾਤਾਂ ਨੂੰ ਸ਼ਬਦਾਂ ਰਾਹੀਂ ਗੁੰਦ ਕੇ ਗ੍ਰੰਥਾਂ ਦੇ ਵਿੱਚ ਦਰਜ ਕੀਤਾ ਹੋਊਗਾ, ਉਸ ਲਿਖਾਰੀ ਦੇ ਮਨ ਦੀ ਭਾਵਨਾ ਕਿਤਨੀ ਪ੍ਰਬਲ ਹੋਵੇਗੀ। ਔਰ ਮੈਂ ਜਦੋਂ ਇਹਨਾਂ ਮੂਰਖ ਇਤਿਹਾਸ ਨੂੰ ਰੱਦ ਕਰਨ ਵਾਲੇ ਲੋਕਾਂ ਦੀ ਭਾਵਨਾ ਦੇਖਦਾ ਆ
ਤੇ ਮੈਨੂੰ ਤੇ ਉਸ ਤਰ੍ਹਾਂ ਹੀ ਲੱਗਦੇ ਆ ਜਿਵੇਂ ਚੀਨੀ ਲੋਕ ਦਾ ਕਿਸੇ ਦਾ ਦਿਲ ਨਹੀਂ ਹੈਗੇ ਆ ਵੀ ਜਿੱਦਾਂ ਭੁੰਨ ਭੁੰਨ ਕੇ ਦੁਨੀਆ ਦੇ ਵਿੱਚ ਜੀਂਦੇ ਜਾਨਵਰਾਂ ਨੂੰ ਖਾ ਰਹੇ ਆ। ਇਹ ਭਾਵਨਾ ਰਹਿਤ ਹਿਰਦੇ ਆ। ਇਹਨਾਂ ਨੂੰ ਜਿਹੜਾ ਬਰਾਗ ਸ਼ਕਤ ਗ੍ਰੰਥ ਦਾ ਜਿਹੜਾ ਰਚਾਇਤਾ ਆ ਨਾ, ਉਹਨੇ ਲਿਖਿਆ ਕਿ ਜਿਸ ਹਿਰਦੇ ਦੇ ਵਿੱਚ ਭਾਵਨਾ ਨਹੀਂ ਹੈਗੀ ਉਹ ਹਿਰਦਾ ਨਹੀਂ, ਉਹ ਇੱਕ ਪਸ਼ੂ ਆ। ਸੋ ਜਿਹੜਾ ਤੂੰ ਇਹਨਾਂ ਗ੍ਰੰਥਾਂ ਨੂੰ ਪੜ੍ਹਨ ਵਾਸਤੇ ਅੱਗੇ ਦਿਲਾਂ ਦੇ ਵਿੱਚ ਕੋਈ ਭਾਵਨਾ ਹੀ ਹੈ ਨਹੀਂ, ਜਿਨ੍ਹਾਂ ਦੇ ਇੱਕ ਇੱਕ ਬਚਨ ਜਿਹੜੇ ਆ ਪਿਆਰ ਵਾਲੇ ਸਿੱਖ ਦੇ ਕੰਨਾਂ ਰਾਹੀਂ ਜਾਂਦੇ ਇਸ ਤਰ੍ਹਾਂ ਮਹਿਸੂਸ ਹੁੰਦੇ ਆ, ਜਿਸ ਤਰੀਕੇ ਦੇ ਨਾਲ ਕਰਦ ਦਾ ਤਿੱਖਾ ਸਿਰਾ ਦਿਲ ਦੇ ਉੱਤੇ ਚੀਰੇ ਦੇ ਰਿਹਾ ਹੋਵੇ ਤੇ ਉਹ ਪੀੜਾ ਜਿਹੜੀ ਨਾ ਬਰਦਾਸ਼ਤ ਹੋਵੇ, ਨਾ ਚਾਹੁੰਦੇ ਵੀ ਅੱਖਾਂ ਦੇ ਵਿੱਚੋਂ ਨੀਰ ਵਹਿ ਤੁਰੇ। ਜੇ ਲਿਖਾਰੀਆਂ ਦੀਆਂ ਲਿਖਤਾਂ ਨੂੰ ਇਹ ਅਜੋਕੇ ਪ੍ਰਚਾਰਕ ਜਾਂ ਅਜੋਕੇ ਸਾਡੇ ਵਿਕੇ ਹੋਏ ਇਤਿਹਾਸਕਾਰ ਕਿਸ ਤਰੀਕੇ ਦੇ ਨਾਲ ਹਰ ਗੱਲ ਨੂੰ ਰੱਦ ਕਰ ਰਹੇ ਆ, ਕਿਤਨਾ ਬੜਮੁੱਲਾ ਖਜ਼ਾਨਾ ਹੈ ਆਪਣੇ ਪਾਸ। ਇਸ ਗੱਲ ਦੀ ਬਹੁਤ ਵੱਡੀ ਪੀੜਾ ਆ ਤੇ ਕੌਮ ਇਸ ਵਿੱਚ ਬਹੁਤ ਵੱਡੀ ਤਰਾਸਦੀ ਦੇ ਵਿੱਚੋਂ ਦੀ ਗੁਜ਼ਰ ਰਹੀ ਹੈ ਜੀ। ਬਿਲਕੁਲ ਜੀ। ਸੋ ਅੱਗੇ ਚੱਲਦੇ ਹਾਂ ਆਪਾਂ। ਤੇ ਹਾਂਜੀ, ਹਨੇਰੀ ਰਾਤ ਸੀ ਉਸ ਟਾਈਮ, ਵਿਖੜਾ ਪੈਂਡਾ ਤੇ ਅੱਗੇ ਪਿੱਛੇ ਦੁਸ਼ਮਣ। ਇਸ ਤਰ੍ਹਾਂ ਆਪਣਿਆਂ ਤੋਂ ਵਿਛੜ ਕੇ ਗੁਰੂ ਮਾਤਾ ਅਤੇ ਨੰਨੇ ਸਾਹਿਬਜ਼ਾਦੇ ਸਰਸੇ ਦੇ ਕੰਢੇ ਉੱਗੇ ਹੋਏ ਸਰਕੰਡਿਆਂ ਵਿੱਚੋਂ ਦੀ ਹੁੰਦੇ ਹੋਏ ਉਹ ਅਗਲੇ ਰਾਹਾਂ ਦੇ ਪੰਧ ਪੈ ਜਾਂਦੇ ਆ। ਆਪਣੀ ਬਹਾਦਰ ਦਾਦੀ ਦੇ ਨਾਲ ਤੁਰੇ ਜਾਂਦੇ ਆਲੇ ਦੁਆਲੇ ਹਨੇਰੇ ਵਿੱਚ ਗੁਰੂ ਪਿਤਾ, ਭਰਾਵਾਂ ਅਤੇ ਸਿੰਘਾਂ ਨੂੰ ਲੱਭ ਰਹੇ ਆ। ਕਵੀ ਇਸ ਬਾਰੇ 2 ਲਾਈਨਾਂ ਲਿਖਦਾ। ਉਹ ਕਹਿੰਦਾ, ਰਾਸਤੇ ਸੇ ਜਬ भटक गए नन्हे सवार थे, तकते थे पिता को चारों तरफ बार बार थे। ਸੋ ਕਹਿੰਦੇ ਇਹ ਨੰਨੀਆਂ ਸੂਰਤਾਂ ਦਾਦੀ ਨੂੰ, ਆਪਣੀ ਦਾਦੀ ਜੀ ਨੂੰ ਪੁੱਛ ਰਹੀਆਂ ਸਨ ਕਿ ਸਾਡੇ ਪਿਤਾ ਜੀ ਐਡੀ ਵੱਡੀ ਖਾਲਸਾ ਫੌਜ ਲੈ ਕੇ ਕਿੱਧਰ ਚਲੇ ਗਏ। ਵੀਰ ਵੀ ਜੰਗ ਦੇ ਸ਼ੌਂਕ ਵਿੱਚ ਕਹਿੰਦੇ ਸਾਨੂੰ ਭੁੱਲ ਹੀ ਗਏ। ਸੋ ਅੱਗੇ ਕਵੀ ਨੇ ਦਾਦੀ ਅਤੇ ਪੋਤਿਆਂ ਦੀ ਗੱਲਬਾਤ ਦਾ ਜ਼ਿਕਰ ਕੀਤਾ। ਕਹਿੰਦੇ, ਦਾਦੀ ਸੇ ਬੋਲੇ अपने सिपाही किधर गए, दरिया पे हमको छोड़ के राही किधर गए, तड़पा के हाय सूर ते माही किधर गए, अब्बा भी भगा के लश्कर शाही किधर गए, भाई भी हमको भूल गए ज़ौफ़ जंग में, अपना ख्याल तक नहीं यौक तफंग में। ਸੋ ਸਤਿਗੁਰ ਜੀ ਦੇ ਪਿਆਰੇ ਅਤੇ ਨੰਨੇ ਸਾਹਿਬਜ਼ਾਦੇ ਵਾਰੀ ਦਾਦੀ ਮਾਤਾ ਨੂੰ ਕਹਿ ਰਹੇ ਸਨ ਕਿ ਜਦੋਂ ਸਾਡੇ ਪਿਤਾ ਜੀ ਵੱਡੇ ਵੀਰ ਅਜੀਤ ਸਿੰਘ ਜੀ ਅਤੇ ਵੀਰ ਜੁਝਾਰ ਸਿੰਘ ਜੀ ਇਹਨਾਂ ਨਾਲ ਜੰਗ ਜਿੱਤ ਕੇ ਵਾਪਸ ਪਰਤਣਗੇ, ਕਹਿੰਦੇ ਅਸੀਂ ਉਹਨਾਂ ਨਾਲ ਗੱਲ ਨਹੀਂ ਕਰਨੀ, ਅਸੀਂ ਰੁੱਸ ਜਾਣਾ। ਅਸੀਂ ਆਪਸ ਵਿੱਚ ਗੱਲਬਾਤ ਕਰ ਰਹੇ ਹਾਂ। ਕਹਿੰਦੇ ਫਿਰ ਉਹ ਸਾਨੂੰ ਮਨਾਉਣਗੇ, ਪਿਆਰ ਨਾਲ ਵਾਰ-ਵਾਰ ਮਨਾਉਣਗੇ, ਪਰ ਅਸੀਂ ਕਹਿੰਦੇ ਮੰਨਣਾ ਨਹੀਂ ਉਹਨਾਂ ਨੂੰ। ਕਹਿੰਦੇ, ਜਬ ਰਣ ਅਜੀਤ ਜੀਤ ਕੇ ਤਸ਼ਰੀਫ ਲਾਏਂਗੇ, अब्बा के साथ जिस घड़ी जो जुझार आएंगे, करके गिला हर एक से हम रूठ जाएंगे, माता कभी पिता कभी भाई मनाएंगे, हमको गले लगा के कहेंगे वह बार बार मान जाओ, लेकिन हम नहीं मानेंगे जिनहार। सो एक कवि ने उन्हां दी गलबात दा जिक्र कीता। ਸਾਹਿਬਜ਼ਾਦਾ ਅਜੀਤ ਸਿੰਘ ਜੀ ਤੋਤਲੀ ਮਿੱਠੀ ਆਵਾਜ਼ ਵਿੱਚ ਦਾਦੀ ਮਾਂ ਨਾਲ ਗੱਲ ਕਰਦਾ ਕਿ ਜਦੋਂ ਕਹਿੰਦੇ ਪਿਤਾ ਜੀ ਅਤੇ ਵੀਰ ਸਾਨੂੰ ਬਹੁਤ ਜ਼ਿਆਦਾ ਮਨਾਉਣ ਦਾ ਯਤਨ ਕਰਨਗੇ, ਫਿਰ ਅਸੀਂ ਇੱਕ ਵਾਅਦਾ ਕਰਾਂਗੇ, ਵਾਅਦਾ ਲਵਾਂਗੇ ਉਹਨਾਂ ਨਾਲ ਕਿ ਵਾਅਦਾ ਕਰੋ ਕਿ ਮੁੜ ਕੇ ਸਾਨੂੰ ਛੱਡ ਕੇ ਕਿਤੇ ਨਹੀਂ ਜਾਵੋਗੇ, ਫਿਰ ਕਹਿੰਦੇ ਅਸੀਂ ਮੰਨਾਂਗੇ। ਇਕਰਾਰ लेंगे सबसे बुलाना ना फिर कभी, बार दिगर छोड़ के सताना ना फिर कभी,
हमको अकेले छोड़ के जाना ना फिर कभी, कह देते हैं यूं हंस के रुलाना ना फिर कभी। बच्चों की गुफ्तगू जो सुनी दादी जान ने, बे इख्तियार रो दिया उस वाला शान ने। वाहिगुरू। ਸੋ ਇਸ ਭਿਆਨਕ ਹਾਲਾਤਾਂ ਵਿੱਚ ਤੜਕਸਾਰ ਤੋਂ ਹੁਣ ਤੱਕ ਦਾ ਇਹ ਵਿਖੜਾ ਪੈਂਡਾ ਹਨੇਰੇ ਵਿੱਚ ਜਿਵੇਂ ਕਿਵੇਂ ਕਰਕੇ ਉਹਨਾਂ ਤੈਅ ਕੀਤਾ, ਅਤੇ ਹੁਣ ਦਿਨ ਦਾ ਚੜ੍ਹਾਅ ਵੀ ਹੋ ਚੁੱਕਿਆ ਸੀ ਇਸ ਵਕਤ ਤੱਕ। ਅਗਲਾ ਰਸਤਾ ਹੋਰ ਵੀ ਔਖਾ ਸੀ, ਕਿਉਂਕਿ ਦਿਨ ਦਾ ਚਾਨਣ ਹੋਣ ਕਰਕੇ ਖਤਰਾ ਹੋਰ ਵਧੇਰੇ ਸੀ, ਅਤੇ ਦੁਸ਼ਮਣ ਗੁਰੂ ਸਾਹਿਬ ਦੇ ਖੂਨ ਦਾ ਪਿਆਸਾ ਹੋਇਆ ਹਰ ਹੀਲਾ ਵਰਤ ਕੇ ਉਹਨਾਂ ਨੂੰ ਅਤੇ ਗੁਰੂ ਸਾਹਿਬ ਦੇ ਪਰਿਵਾਰ ਨੂੰ ਖਤਮ ਕਰਨਾ ਚਾਹੁੰਦਾ ਸੀ। ਦਿਨ ਦਾ ਬਹੁਤਾ ਹਿੱਸਾ ਉਹਨਾਂ ਨੇ ਹੌਲੀ ਹੌਲੀ ਤੁਰਦਿਆਂ ਅਤੇ ਕਦੇ ਸਰਸਾ ਨਦੀ ਅਤੇ ਸਤਲੁਜ ਦੇ ਮੰਡ ਵਿੱਚ ਉੱਗੇ ਕਾਨਿਆਂ ਵਿੱਚ ਲੁਕ ਛਿਪ ਕੇ ਬੈਠੇ ਦੁਸ਼ਮਣ ਦੀ ਨਿਗਾਹ ਤੋਂ ਬਚਦਿਆਂ ਹੀ ਬਤੀਤ ਕੀਤਾ। ਇਹ ਉਹ ਗੁਰੂ ਦੇ ਲਾਲ ਸਨ ਜਿਨ੍ਹਾਂ ਦਾ ਜੀਵਨ ਮਖਮਲੀ ਬਿਸਤਰਿਆਂ 'ਤੇ ਬੀਤਿਆ, ਅਤੇ ਜਦ ਕਦੇ ਇਹ ਮਖਮਲੀ ਮੰਜਿਆਂ ਤੋਂ ਆਪਣੇ ਚਰਨ ਥੱਲੇ ਲਾਉਂਦੇ, ਸਿੱਖ ਸੇਵਕ ਆਪਣੇ ਹੱਥ ਇਹਨਾਂ ਦੇ ਚਰਨਾਂ ਥੱਲੇ ਰੱਖ ਇਹਨਾਂ ਗੁਰੂ ਲਾਲਾਂ ਨੂੰ ਲਾਡ ਲਡਾਉਂਦੇ ਸਨ, ਅਤੇ ਮਾਤਾ ਜੀ ਅਤੇ ਸਾਹਿਬਜ਼ਾਦੇ ਤੁਰੇ ਜਾਂਦੇ, ਕਦੇ ਬੈਠ ਜਾਂਦੇ, ਕਦੇ ਤੁਰ ਪੈਂਦੇ, ਕਦੇ ਮਾਤਾ ਜੀ ਬੱਚਿਆਂ ਨੂੰ ਖੱਚਰ ਉੱਪਰ ਬਿਠਾ ਦਿੰਦੇ। ਸਾਰਾ ਦਿਨ ਇਸ ਬੇਖਮ ਸਫ਼ਰ ਵਿੱਚ ਹੀ ਲੰਘ ਗਿਆ। ਹੁਣ ਦਿਨ ਢਲਣ ਦੇ ਨੇੜੇ ਪੁੱਜ ਚੁੱਕਾ ਸੀ। ਮਾਤਾ ਜੀ ਆਪਣੇ ਨੰਨ੍ਹੇ ਪੋਤਰਿਆਂ ਨਾਲ ਤੁਰਦੇ ਤੁਰਦੇ ਸਰਸਾ ਦੇ ਕਿਨਾਰੇ ਸਰਕੰਡਿਆਂ ਨੂੰ ਲਤਾੜਦੇ ਸਤਲੁਜ ਦਰਿਆ ਦੇ ਕੰਢੇ ਆ ਪੁੱਜੇ, ਜਿੱਥੇ ਸਤਲੁਜ ਦਰਿਆ ਸਰਸਾ ਵਿੱਚ ਇਹ ਇਕੱਠੇ ਹੋ ਜਾਂਦੇ ਆ, ਪੱਤਣ ਆ ਜਾਂਦਾ। ਇਹ ਪੱਤਣ ਪਿੰਡ ਚੱਕ ਢੇਰਾਂ ਦਾ। ਇਸ ਬਾਰੇ ਭਾਈ ਸੁੱਖਾ ਸਿੰਘ ਜੀ ਲਿਖਦੇ ਆ ਕਿ ਮਾਤਾ ਲੰਘ ਜੁਗ ਅਵਰ ਵਿਹੀਰ, ਪਗ ਪੰਕੜ ਆਏ ਚੱਲ ਤੀਰ। ਸੋ ਦਰਿਆ ਸਤਲੁਜ ਦੇ ਇਸ ਪੱਤਣ ਦੇ ਕੰਢੇ 'ਤੇ ਮਾਤਾ ਜੀ ਦੀ ਨਜ਼ਰ ਇੱਕ ਝੁੱਗੀ ਪੈਂਦੀ ਆ। ਸੂਰਜ ਛਿਪਣ ਵਾਲਾ ਸੀ ਅਤੇ ਠੰਡ ਦਾ ਠੱਕਾ ਵੀ ਮੁੜ ਵਗਣ ਲਈ ਤਿਆਰ ਸੀਗਾ। ਮਾਤਾ ਜੀ ਦੋਵੇਂ ਲਾਲਾਂ ਨੂੰ ਲੈ ਕੇ ਉਸ ਝੁੱਗੀ ਦੇ ਦਰ ਮੂਹਰੇ ਜਾ ਖੜਾਉਂਦੇ ਆ, ਅਤੇ ਆਵਾਜ਼ ਮਾਰੀ। ਅੰਦਰੋਂ ਇੱਕ ਧੀਮੀ ਜੀ ਸੁਰ ਵਿੱਚ ਆਵਾਜ਼ ਆਈ, ਪੁੱਛਿਆ ਕਿ ਭਾਈ ਕੌਣ ਹੈ, ਦੱਸੋ ਕੀ ਗੱਲ ਹੈ। ਤਾਂ ਮਾਤਾ ਜੀ ਨੇ ਅੱਗੋਂ ਜਵਾਬ ਦਿੱਤਾ ਕਿ ਭਾਈ ਸੱਜਣਾ, ਅਸੀਂ ਰਾਹਗੀਰ ਮੁਸਾਫਰ ਹਾਂ, ਅੱਜ ਦੀ ਰਾਤ ਸਿਰ ਲੁਕਾਉਣ ਲਈ ਟਿਕਾਣਾ ਚਾਹੀਦਾ। ਤਾਂ ਅੰਦਰੋਂ ਆਵਾਜ਼ ਆਉਂਦੀ ਆ ਕਿ ਮੇਰੇ ਪਾਸ ਇਸ ਕੁੱਲੀ ਵਿੱਚ ਥਾਂ ਨਹੀਂ ਹੈਗੀ। ਇਸ ਤੋਂ ਪਹਿਲਾਂ ਕਿ ਉਹ ਕੁਝ ਹੋਰ ਕਹਿੰਦੇ ਤਾਂ ਬਾਬਾ ਜ਼ੋਰਾਵਰ ਸਿੰਘ ਜੀ ਨੇ ਬੜੀ ਮਾਸੂਮੀਅਤ ਭਰੇ ਲਹਿਜੇ ਵਿੱਚ ਕਿਹਾ ਕਿ ਬਾਬਾ, ਅਸੀਂ ਬਹੁਤ ਥੱਕੇ ਹੋਏ ਹਾਂ, ਠੰਡ ਵੀ ਅੱਤ ਦੀ ਹੈ, ਅਤੇ ਮੀਂਹ ਨਾਲ ਕੱਪੜੇ ਵੀ ਸਾਡੇ ਭਿੱਜੇ ਹੋਏ ਹਨ, ਸੋ ਸਾਨੂੰ ਅੱਜ ਦੀ ਰਾਤ ਇਸ ਕੁਟਲੀ ਵਿੱਚ ਕੱਟ ਲੈਣ ਦੇ। ਕਿਸੇ ਬਾਲ ਦੀ ਇਸ ਦਿਲਚੀਰਵੀਂ ਅਤੇ ਲੋੜ ਭਰੀ ਪੁਕਾਰ ਨੇ ਝੌਂਪੜੀ ਦੇ ਮਾਲਕ ਦੇ ਧੁਰ ਅੰਦਰ ਤੱਕ ਇੱਕ ਕੰਬਣੀ ਜਿਹੀ ਛੇੜ ਦਿੱਤੀ। ਉਹ ਤਰਪ ਕੇ ਉੱਠਿਆ ਅਤੇ ਕੁੱਲੀ ਤੋਂ ਬਾਹਰ ਆ ਕੇ ਉਹ ਦੇਖਦਾ ਕਿ ਕੀ ਦੇਖਦਾ ਕਿ ਜਿਵੇਂ ਕਿਸੇ ਅਰਸ਼ੀ ਨੂਰ ਨਾਲ ਚਮਕਦੇ ਚਿਹਰੇ ਵਾਲੀ ਇੱਕ ਬਿਰਧ ਮਾਤਾ ਫਰਿਸ਼ਤਿਆਂ ਵਰਗੇ ਦੋ ਬੱਚਿਆਂ ਦੇ ਹੱਥ ਫੜੀ ਝੁੱਗੀ ਦੇ ਬਾਹਰ ਖੜ੍ਹੀ ਆ, ਅਤੇ ਉਹਨਾਂ ਦੇ ਪਿੱਛੇ ਉਹਨਾਂ ਦੀ ਇੱਕ ਖੱਚਰ ਖੜ੍ਹੀ ਆ ਸਿਰ ਸੁੱਟੀ। ਇਹ ਸੱਜਣ ਉਹਨਾਂ ਅਲੌਕਿਕ ਮੁਸਾਫਰਾਂ ਦੇ ਰੰਗ ਰਤੜੇ ਇਲਾਹੀ ਬਖਸ਼ਿਸ਼ ਭਰੇ ਦਗਦਗ ਕਰਦੇ ਮੁਖੜੇ ਨਿਹਾਰ ਕੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਮੂਹਰੇ ਡੰਡੌਤਵਤ ਹੋ ਗਿਆ। ਸਮਝਣ ਵਿੱਚ ਦੇਰ ਨਾ ਲੱਗੀ ਕਿ ਇਹ ਕੋਈ ਦੇਵ ਰੂਹਾਂ ਹਨ ਜੋ ਕਿਸੇ ਬਿਪਤਾ ਦਾ ਮੁਕਾਬਲਾ ਕਰ ਰਹੀਆਂ ਹਨ।
ਮਾਤਾ ਜੀ ਨੇ ਆਪਣੇ ਅਤੇ ਵਿਖੜੇ ਹਾਲਾਤਾਂ ਬਾਰੇ ਸੰਖੇਪ ਵਿੱਚ ਦੱਸਿਆ। ਇਹ ਸਿਰਜਣ ਬਹੁਤ ਹੀ ਆਦਮ ਅਤੇ ਪ੍ਰੇਮ ਨਾਲ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਆਪਣੀ ਝੁੱਗੀ ਦੇ ਅੰਦਰ ਲੈ ਗਿਆ। ਅਧਖੜ ਉਮਰ ਦਾ ਇਹ ਸੱਜਣ ਵੀ ਸਮੇਂ ਦੇ ਲਫੇੜਿਆਂ ਦਾ ਮਾਰਿਆ ਹੋਇਆ, ਮੁਗਲਾਂ ਦੇ ਅਤਿਆਚਾਰ ਦਾ ਨਪੀੜਿਆ ਹੋਇਆ ਸੀ। ਇਸ ਦਾ ਨਾਮ ਕਰਮੂ ਝੀਵਰ, ਜੋ ਹੁਣ ਜਬਰੀ ਮੁਸਲਮਾਨ ਬਣਾ ਦੇਣ ਕਾਰਨ ਕਰਮਦੀਨ ਬਣ ਗਿਆ ਸੀ। ਪਰ ਦੁਨੀਆ ਇਹਨੂੰ ਕੁਮਾ ਮਾਸ਼ਕੀ ਜਾਂ ਕੁਮਾ ਮਲਾਹ ਕਹਿ ਕੇ ਹੀ ਪੁਕਾਰਦੀ ਸੀ। ਭਾਈ ਦੂਨਾ ਸਿੰਘ ਜੀ ਹਡੂਰੀਆ ਉਹ ਇਸ ਦਾ ਜ਼ਿਕਰ ਕਰਦੇ ਹਨ। ਉਹ ਕਹਿੰਦੇ, ਇੱਕ ਸੱਕਾ ਹਿੰਦੂ ਤੈ ਆਹੀ, ਇੱਕ ਸੱਕਾ ਹਿੰਦੂ ਤਹਿ ਆਹੀ, ਤੁਰਕ ਜੋਰਤ ਹੈ ਜਨਮ ਵਟਾਹੀ, ਕੁੰਮੇ ਤੇ ਕੀਮਾ ਤਹਿ ਕੀਨਾ, ਤਿਸ ਹੀ ਕੈ ਗ੍ਰਹਿ ਬਾਸਾ ਲੀਨਾ। ਸੋ ਇੱਥੇ ਆਪਾਂ ਦੱਸ ਦਈਏ ਕਿ ਭਾਈ ਦੂਨਾ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਸਨ ਅਤੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਵੇਲੇ ਵਿਦਵਾਨਾਂ ਦਾ ਵਿਚਾਰ ਹੈ ਕਿ ਉਹ ਭਾਈ ਦੂਨਾ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸਨ। ਸੋ ਠੀਕ ਹੈ ਜੀ। ਇਸ ਗ੍ਰੰਥ ਦਾ ਜੋ ਇਹਨਾਂ ਦੀ ਲਿਖਤ ਹੈ, ਕਥਾ ਗੁਰਸੂਤਨ ਕੀ, ਇਸ ਦਾ ਜਿਹੜਾ ਅਸਲ ਖਰੜਾ ਸੀਗਾ ਉਹ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਮੌਜੂਦ ਸੀ। ਪਰ ਜੋ ਸਾਕਾ ਨੀਲਾ ਤਾਰਾ ਹੋਇਆ ਸੀ ਉਸ ਵਿੱਚ ਜਾਂ ਤਾਂ ਇਹ ਅੱਗ ਨਾਲ ਨਸ਼ਟ ਹੋ ਗਿਆ, ਜਾਂ ਇਹ ਵੀ ਹੋ ਸਕਦਾ ਕਿ ਸਰਕਾਰ ਵੱਲੋਂ ਇਹ ਚੁੱਕ ਲਿਆ ਗਿਆ ਹੋਵੇ। ਜੀ। ਪਰ ਇਸ ਦਾ ਉਤਾਰਾ ਸਾਡੇ ਕੋਲੇ ਮੌਜੂਦ ਆ। ਕੁਝ ਵਿਦਵਾਨਾਂ ਵੱਲੋਂ ਇਹਦਾ ਉਤਾਰਾ ਕਰ ਲਿਆ ਗਿਆ ਸੀਗਾ, ਉਹ ਸਾਡੇ ਕੋਲੇ ਮੌਜੂਦ ਆ ਜੀ। ਇਹ ਇੱਕ ਬਹੁਤ ਵਧੀਆ ਗੱਲ ਹੋਈ ਆ, ਕਿਉਂਕਿ ਜਿਹੜੇ ਸਾਡੇ ਬਿਲਕੁਲ ਲੈਜਿਟ ਇਤਿਹਾਸਕ ਸਰੋਤ ਆ, ਉਹਨਾਂ ਦੀ ਅੱਜ ਰਿਪਰੈਜ਼ੈਂਟੇਸ਼ਨ ਕਰਨੀ ਹੋਵੇ, ਜਿਹੜੇ ਲੋਕ ਸਾਡਾ ਇਤਿਹਾਸ ਲੱਦ ਰਹੇ ਆ ਜਾਂ ਰੱਦ ਕਰ ਰਹੇ ਆ, ਤੇ ਉਹਦੇ ਵਾਸਤੇ ਜਿਹੜੇ ਪੁਰਾਤਨ ਇਤਿਹਾਸਕ ਸਰੋਤ ਆ ਆਪਣੇ ਆਪ ਅੰਦਰ ਇੱਕ ਬਹੁਤ ਸੋਲਿਡ ਕੰਧ ਦੀ ਤਰ੍ਹਾਂ ਕੰਮ ਕਰਦੇ ਆ। ਜੀ ਬਿਲਕੁਲ। ਤੇ ਭਾਈ ਕਰਮੂ ਝੀਵਰ ਬਾਰੇ ਭਾਈ ਕਿਸ਼ਨ ਸਿੰਘ ਵੀ ਆਪਣੀ ਰਚਨਾ ਵਿੱਚ ਲਿਖਦੇ ਆ, ਸ਼ਹੀਦਨਾਮਾ ਵਿੱਚ। ਉਹ ਇਸ ਚੀਜ਼ ਦੀ ਵੀ ਗਵਾਹੀ ਭਰਦੇ ਆ। ਉਹ ਕਹਿੰਦੇ ਕਿ ਇਹ ਰੱਬੀ ਖੌਫ ਵਿੱਚ ਜੀਵਨ ਬਸਰ ਕਰਨ ਵਾਲਾ, ਧਰਮ ਕਮਾਉਣ ਵਾਲਾ ਹਿੰਦੂ ਸੱਜਣ ਸੀ। ਔਰੰਗਜ਼ੇਬ ਦੀ ਰੀਸੇ ਹਿੰਦੂਆਂ ਨੂੰ ਜਬਰਨ ਮੁਸਲਮਾਨ ਬਣਾ ਕੇ ਸ਼ਰੀਅਤ ਵਿੱਚ ਵਾਧਾ ਕਰਨ ਦਾ ਜੋ ਭੂਤ ਮੁਗਲੀਆ ਜਰਵਾਣਿਆਂ ਦੇ ਸਿਰ ਸਵਾਰ ਹੋਇਆ ਸੀਗਾ, ਉਸੇ ਯਤਨ ਤਹਿਤ ਇਸ ਕਰਮੂ ਝੀਵਰ ਨੂੰ ਵੀ ਮੁਗਲੀਆ ਕੋਤਵਾਲ ਨੇ ਪਕੜ ਕੇ ਤੁਰਕ ਬਣ ਜਾਣ ਦਾ ਹੁਕਮ ਸੁਣਾ ਦਿੱਤਾ ਸੀ। ਅਤੇ ਸ਼ਰੀਅਤ ਦਾ ਇਹ ਹੁਕਮ ਕਹਿੰਦੇ ਵੀ ਨਾ ਮੰਨਣ ਦੀ ਹਾਲਤ ਵਿੱਚ ਅਨੇਕਾਂ ਤਸੀਹੇ ਦੇ ਕੇ ਸਣੇ ਪਰਿਵਾਰ ਖਤਮ ਕਰਨ ਦੇਣ ਦਾ ਡਰਾਵਾ ਦਿੱਤਾ ਸੀ। ਸੋ ਆਖਰ ਜ਼ਬਰਦਸਤੀ ਮੁਸਲਮਾਨ ਕਰਕੇ ਕਰਮਦੀਨ ਬਣਾ ਦਿੱਤਾ। ਉਹ ਕਹਿੰਦੇ ਨੇ ਕਿ ਕਰਮੂ ਝੀਵਰ ਧਰਮ ਕਮਾਵ ਹੈ, ਤੁਰਕਨ ਕੌਵ ਹੈ ਮੂਲ ਨਾ ਭਾਵ ਹੈ, ਕੋਤਵਾਲ ਤਿਨ ਪਕੜ ਮੰਗਾਇਆ, ਰਾਜ ਕੋਪ ਦਾ ਸਬਕ ਸੁਣਾਇਆ, ਤੁਮਰੀ ਖਲੜੀ ਲਾਹੇਂਗੇ ਕਸਾਬ, ਕਟੰਬ ਤੁਮਾਰੋ ਜੋ ਬੇਹਿਸਾਬ, ਤਿਸ ਹੈ ਕੋਹਲੂ ਪੀੜ ਮੁਕਾਵ ਹੈ, ਦੇਵ ਹੈ ਹੁਕਮ ਤਬ ਕਵਨ ਬਚਾਵ ਹੈ, ਧਾਰਹੁ ਇਸਲਾਮ ਅਰ ਪਾਵਹੁ ਮਾਨ, ਵਜ਼ੀਰਾ ਬਖਸ਼ ਹੈ ਬਹੁਤ ਨਿਧਾਨ। ਸੋ ਇਹ ਭਾਈ ਕਿਸ਼ਨ ਸਿੰਘ ਜੀ ਸ਼ਹੀਦਨਾਮਾ ਵਿੱਚ ਇਸ ਚੀਜ਼ ਦਾ ਜ਼ਿਕਰ ਕਰਦੇ ਨੇ। ਸੋ ਆਪਣੇ ਨਾਲ ਹੋਈ ਇਸ ਵਧੀਕੀ ਦਾ ਸਾਰਾ ਦ੍ਰਿਸ਼ ਇੱਕ ਵਾਰ ਫਿਰ ਕਰਮੂ ਦੀਆਂ ਅੱਖਾਂ ਮੂਹਰੇ ਹੋ ਗੁਜ਼ਰਿਆ ਕਿ ਕਿਵੇਂ ਜਰਵਾਣਿਆਂ ਨੇ ਕੁੱਟਮਾਰ ਅਤੇ ਜ਼ੁਲਮ ਨੂੰ ਨਾ ਸਹਾਰਦੇ ਹੋਏ ਆਪਣਾ ਧਰਮ ਈਮਾਨ ਕਾਇਮ ਨਾ ਰੱਖ ਸਕਿਆ ਅਤੇ ਦੀਨੋਂ ਬੇਦੀਨ ਹੋ ਕੇ ਕਰਮਦੀਨ ਬਣ ਗਿਆ। ਅਤੇ ਜਾਤ ਬਰਾਦਰੀ ਨੇ ਵੀ ਇਸ ਔਖੇ ਸਮੇਂ ਉਸ ਦੀ ਕੋਈ ਮਦਦ ਨਾ ਕੀਤੀ ਅਤੇ ਨਾ ਹੀ ਉਸ ਨੂੰ ਹੌਸਲਾ ਦਿੱਤਾ। ਬਰਾਦਰੀ ਵਿੱਚੋਂ ਉਸ ਨੂੰ ਇਸ ਗੱਲ ਪਿੱਛੇ ਛੇਕ ਦਿੱਤਾ ਗਿਆ। ਉੱਧਰ ਉਹ ਮੁਗਲ ਜਿਨ੍ਹਾਂ ਨੇ ਉਸ ਨੂੰ ਆਪਣਾ ਦੀਨ ਵਿੱਚ ਰਲਾ ਕੇ ਦੀਨੀ ਭਰਾ ਬਣਾਇਆ ਸੀ,
ਉਹ ਵੀ ਉਸ ਨੂੰ ਗਰੀਬ ਤੇ ਨਿਤਾਣਾ ਜਾਣ ਅਛੂਤ ਜਾਣ ਕੇ ਵਗਾਰਾਂ ਹੀ ਕਰਵਾਉਂਦੇ ਰਹੇ। ਇਸ ਤਰ੍ਹਾਂ ਇਹ ਕੀਮਾ ਕੰਮੂ ਮਲਾਹ ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ ਵਾਂਗ ਜਲਾਲਤ ਭਰੀ ਜ਼ਿੰਦਗੀ ਵਿੱਚ ਧਕੇਲ ਦਿੱਤਾ ਗਿਆ। ਜੀ ਜੀ। ਇਸ ਸਮੇਂ ਬਾਬੇ ਕਰਮੂ ਬਾਬੇ ਦੀਆਂ ਅੱਖਾਂ ਸਾਹਮਣੇ ਧੰਨ ਗੁਰੂ ਤੇਗ ਬਹਾਦਰ ਜੀ ਦੀ ਲਸਾਨੀ ਕੁਰਬਾਨੀ ਵੀ ਘੁੰਮ ਗਈ ਕਿ ਕਿਵੇਂ ਇਸ ਬਿਰਧ ਜਗਤ ਮਾਤਾ ਦੇ ਸਿਰ ਦੇ ਸਾਈਂ ਨੇ ਆਪਣੇ ਸੀਸ ਦੀ ਕੁਰਬਾਨੀ ਦੇ ਕੇ ਤਿਲਕ ਜੰਜੂ ਦੀ ਰਖਵਾਲੀ ਕਰਦਿਆਂ ਉਸ ਜੈਸੇ ਅਨੇਕਾਂ ਕਰਮਾਂ ਨੂੰ ਕਰੀਮ ਬਖਸ਼ ਬਣਨ ਤੋਂ ਬਚਾ ਕੇ ਜਿੱਲਣ ਭਰੇ ਨਰਕ ਵਿੱਚ ਡਿੱਗਣ ਤੋਂ ਬਚਾ ਲਿਆ। ਅਤੇ ਇਸੇ ਮਾਤਾ ਗੁਜਰੀ ਦੇ ਲਾਡਲੇ ਨੇ ਅਜਿਹੇ ਹੀ ਜ਼ਾਲਮਾਂ ਦਾ ਮੂੰਹ ਮੋੜਨ ਲਈ ਸਾਰੇ ਸੁੱਖ ਆਰਾਮ ਤਿਆਗ ਕੇ ਜ਼ੁਲਮ ਦਾ ਨਾਸ਼ ਕਰਨ ਦਾ ਬੀੜਾ ਚੁੱਕਿਆ ਹੈ। ਉਹ ਸੋਚ ਰਿਹਾ ਸੀ ਕਿ ਅੱਜ ਇਹ ਕਰਮੂ ਵਾਕਿਆ ਹੀ ਕਿੰਨਾ ਕਰਮਾਂ ਵਾਲਾ ਹੈ, ਜਿਸ ਨੂੰ ਉਸ ਹਿੰਦ ਦੀ ਚਾਦਰ ਦੇ ਪਰਿਵਾਰ ਦੀ ਚਰਨ ਧੂੜੀ ਨਸੀਬ ਹੋਈ ਆ ਅਤੇ ਹਿੰਦਵਾਨ ਦੇ ਰਖਵਾਲੇ ਪਰਿਵਾਰ ਦੀ ਸੇਵਾ ਕਰਨ ਦਾ ਸੁਭਾਗ ਅਜਿਹੇ ਸਮੇਂ ਉਸ ਨੂੰ ਮਿਲਿਆ ਜਦ ਉਹਨਾਂ ਨੂੰ ਇਸ ਸੇਵਾ ਦੀ ਜ਼ਰੂਰਤ ਆ। ਸੋ ਅਜਿਹੀਆਂ ਸੋਚਾਂ ਵਿੱਚ ਘੁੰਮ ਰਹੇ ਇਸ ਕੁਮੇ ਮਾਸ਼ਕੀ ਨੇ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਬਹੁਤ ਹੀ ਆਦਰ ਸਤਿਕਾਰ ਨਾਲ ਆਪਣੀ ਕੁੱਲੀ ਵਿੱਚ ਟਿਕਾਣਾ ਦਿੱਤਾ। ਇਹ ਕੁਮਾ ਭਾਵੇਂ ਦੁਨੀਆ ਦੀ ਨਿਗਾਹ ਵਿੱਚ ਗਰੀਬ ਸੀ, ਪਰ ਦਿਲ ਦਾ ਇਹ ਅਮੀਰ ਸੀ। ਕੁੱਲੀ ਅੰਦਰ ਟਿਕਾਣਾ ਕਰਾ ਬੜੀ ਆਜੀ ਵਿੱਚ ਕਹਿਣ ਲੱਗਾ ਕਿ ਮਾਤਾ ਜੀ, ਆਪ ਜੀਆਂ ਦੀ ਸੇਵਾ ਕਰਨ ਲਈ ਮੇਰੇ ਪਾਸ ਕੋਈ ਸਾਧਨ ਨਹੀਂ ਅਤੇ ਨਾ ਹੀ ਇਹ ਟਿਕਾਣਾ ਆਪ ਜੀ ਦੀ ਸ਼ਾਨ ਦੇ ਯੋਗ ਹੈ, ਪਰ ਫਿਰ ਵੀ ਆਪ ਜੀ ਇਹ ਵਡਿਆਈ ਹੈ, ਆਪ ਜੀ ਦੀ ਇਹ ਵਡਿਆਈ ਹੈ ਕਿ ਆਪ ਜੀ ਨੇ ਮੇਰੇ ਜਿਹੇ ਨਾ ਚੀਜ਼ ਦੀ ਝੌਂਪੜੀ ਵਿੱਚ ਚਰਨ ਪਾ ਕੇ ਮੈਨੂੰ ਕਰਤਾਰਥ ਕੀਤਾ ਹੈ ਔਰ ਸਾਡੇ ਜਿਹੇ ਨਿਤਾਣਿਆਂ ਨਿਮਾਣਿਆਂ ਦੀ ਖਾਤਰ ਅਜਿਹੇ ਦੁੱਖਾਂ ਨੂੰ ਆਪਣੇ ਪਿੰਡੇ 'ਤੇ ਹੰਢਾ ਰਹੇ ਹੋ। ਮਾਤਾ ਜੀ ਨੇ ਬਾਬੇ ਕੁੰਮੇ ਨੂੰ ਧਰਵਾਸ ਦਿੰਦਿਆਂ ਸਿਰ ਪਲੋਸਿਆ ਅਤੇ ਅਸ਼ੀਸ਼ ਬਖਸ਼ੀ ਕਿ ਭਾਈ ਕਰਮੂ ਤੇਰੀ ਦਰਗਾਹ ਵਿੱਚ ਬਣ ਆਵੇ, ਸਦਾ ਸੁਖੀ ਰਹੇ, ਗੁਰੂ ਚਰਨਾਂ ਨਾਲ ਤੇਰੀ ਪ੍ਰੀਤ ਬਣੀ ਆਵੇ, ਗੁਰੂ ਨਾਨਕ ਦੀ ਨਿਗਾਹ ਮਿਹਰ ਭਰੀ ਹੋਵੇ ਤੇਰੇ 'ਤੇ। ਸੋ ਇਸ ਤਰ੍ਹਾਂ ਗੱਲਾਂ ਬਾਤਾਂ ਕਰਦਿਆਂ ਸ਼ਾਮ ਹੋ ਚੁੱਕੀ ਸੀ ਅਤੇ ਮਾਤਾ ਜੀ ਅਤੇ ਸਾਹਿਬਜ਼ਾਦੇ ਭੁੱਖਣ ਭਾਣੇ ਸਨ। ਬਾਬਾ ਕਰਮੂ ਗੁਰੂ ਪਰਿਵਾਰ ਦੇ ਆਹਾਰ ਲਈ ਲੰਗਰ ਦਾ ਪ੍ਰਬੰਧ ਕਰਨ ਲਈ ਨੇੜਲੇ ਜਿਹੜਾ ਨਗਰ ਸੀ ਉੱਧਰ ਨੂੰ ਚਲਿਆ ਜਾਂਦਾ। ਨੇੜਲੇ ਨਗਰ ਵਿੱਚ ਵਸਦੀ ਲక్ష్ਮੀ ਨਾਂ ਦੀ ਇੱਕ ਬੀਬੀ ਜੋ ਪ੍ਰਭੂ ਪਿਆਰ ਵਾਲੀ ਰੰਗ ਰਤੜੀ ਆਤਮਾ ਸੀ, ਉਸ ਪਾਸੋਂ ਜੋ ਬਣ ਸਰਦਾ ਸੀ ਰੁੱਖਾ ਮਿੱਸਾ ਉਹ ਤਿਆਰ ਕਰਵਾਇਆ ਲੰਗਰ ਪ੍ਰਸ਼ਾਦਾ ਅਤੇ ਵਾਪਸ ਕੁੱਲੀ ਵਿੱਚ ਆ ਗਿਆ ਅਤੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੇ ਚਰਨਾਂ ਵਿੱਚ ਆ ਹਾਜ਼ਰ ਕੀਤਾ। ਪਿਛਲੇ ਲੰਮੇ ਸਮੇਂ ਤੋਂ ਭੁੱਖਣ ਭਾਣੇ ਮਾਤਾ ਜੀ ਅਤੇ ਗੁਰੂ ਲਾਲਾ ਨੇ ਪਿਆਰ ਨਾਲ ਤਿਆਰ ਕੀਤਾ ਹੋਇਆ ਲੰਗਰ ਪ੍ਰਸ਼ਾਦਾ ਗ੍ਰਹਿਣ ਕੀਤਾ ਅਤੇ ਲਗਾਤਾਰ ਸਫ਼ਰ ਦੀ ਥਕਾਵਟ ਨਾਲ ਚੂਰ ਹੋਏ ਸਾਹਿਬਜ਼ਾਦੇ ਮੁੜ ਆਪਣੇ ਪਿਤਾ ਜੀ, ਵੀਰਾਂ, ਮਾਤਾਵਾਂ, ਗੁਰਸਿੱਖਾਂ ਅਤੇ ਆਨੰਦਪੁਰੀ ਬਾਰੇ ਪੁੱਛਦੇ ਮਾਤਾ ਜੀ ਦੀ ਗੋਦੀ ਵਿੱਚ ਸੌਂ ਜਾਂਦੇ ਆ। ਭਾਈ ਕਰਮੂ ਨੂੰ ਬੀਬੀ ਲక్ష్ਮੀ ਨੇ ਕੁਝ ਗਰਮ ਵਸਤਰ ਵੀ ਗੁਰੂ ਪਰਿਵਾਰ ਦੇ ਓਢਣ ਲਈ ਦਿੱਤੇ ਸਨ। ਸੋ ਉਹ ਬੱਚਿਆਂ ਉੱਪਰ ਦੇ ਕੇ ਪਰਮੇਸ਼ਰ ਦਾ ਸੋਹਲਾ ਪੜ੍ਹ ਮਾਤਾ ਜੀ ਵੀ ਸਾਹਿਬਜ਼ਾਦੇ ਨਾਲ ਜ਼ਮੀਨ 'ਤੇ ਉੱਪਰ ਪਰਮਾਤਮਾ ਦਾ ਭਾਣਾ ਮੰਨ ਕੇ ਪਰਮੇਸ਼ਰ ਜੀ ਦਾ ਸ਼ੁਕਰਾਨਾ ਕਰਦੇ ਹੋਏ ਬਿਰਾਜਮਾਨ ਹੋ ਜਾਂਦੇ ਆ। ਵਿਖੜੇ ਰਸਤਿਆਂ ਦੀਆਂ ਮੁਸ਼ਕਲਾਂ ਅਤੇ ਥਕਾਵਟ ਅਤੇ ਭੁੱਖ ਦੇ ਸਤਾਏ ਅਤੇ ਸਰਦੀ ਦੇ ਸੀਤ ਕੀਤੇ ਹੋਏ ਨੰਨੇ ਸਾਹਿਬਜ਼ਾਦਿਆਂ ਨੇ ਮਾਤਾ ਜੀ ਦੀ ਗੋਦੀ ਵਿੱਚ ਸਿਰ ਰੱਖ ਕੇ ਆਰਾਮ ਕੀਤਾ। ਬਿਪਤਾ ਦੀ ਘੜੀ ਵਿੱਚ
ਮਾਤਾ ਜੀ ਦੀਆਂ ਅੱਖਾਂ ਵਿੱਚ ਨੀਂਦ ਕਿੱਥੋਂ ਆਉਣੀ ਸੀ, ਕਿਉਂਕਿ ਸਮਾਂ ਹੀ ਇਹੋ ਜਿਹਾ ਸੀਗਾ। ਨਾ ਅਗਾਂਹ ਕੋਈ ਟਿਕਾਣਾ ਦਿਸਦਾ ਸੀ, ਪੈਰ ਪੈਰ 'ਤੇ ਦੁਸ਼ਮਣ ਸਤਿਗੁਰ ਜੀ ਅਤੇ ਉਹਨਾਂ ਦੇ ਪਰਿਵਾਰ ਦੀ ਸੂਹ ਲੈਂਦੇ ਫਿਰਦੇ ਸਨ। ਜੀ ਧੰਨ ਮਾਤਾ ਗੁਜਰੀ ਜੀ, ਜਿਨ੍ਹਾਂ ਦਾ ਹੁਕਮ ਮੰਨਣ ਲਈ ਸਿੱਖ ਸੇਵਕ ਹਰ ਛਣ ਹਾਜ਼ਰ ਰਹਿੰਦੇ ਸਨ। ਇਹ ਉਹ ਮਾਤਾ ਗੁਜਰੀ ਜੀ ਹਨ ਜੋ ਮਖਮਲੀ ਪਲੰਘਾਂ ਉੱਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਸੱਜੇ ਖੱਬੇ ਪਾ ਦੋਹਰੀਆਂ ਮਖਮਲ ਦੀਆਂ ਰਜਾਈਆਂ ਨਾਲ ਢੱਕ ਕੇ ਅੰਗੀਠੀਆਂ ਬਾਲ ਕੇ ਪੋਹ ਦੇ ਮਹੀਨੇ ਆਰਾਮ ਕਰਾਇਆ ਕਰਦੇ ਸਨ। ਅਤੇ ਜੀ ਅੱਜ ਉਹ ਦਿਨ ਵੀ ਮਾਤਾ ਗੁਜਰੀ ਜੀ ਨੂੰ ਜ਼ਿੰਦਗੀ ਵਿੱਚ ਨਸੀਬ ਹੋਏ। ਪੋਹ ਦੇ ਮਹੀਨੇ ਦੀ ਅਤ ਸਰਦੀ ਨਾਲ ਧਰਤੀ 'ਤੇ ਨੰਗਾ ਪੈਰ ਵੀ ਨਹੀਂ ਟਿਕਾਇਆ ਜਾਂਦਾ। ਅਜਿਹੀ ਠੰਡੀ ਠਾਰ ਧਰਤੀ 'ਤੇ ਵਿਛੀ ਚਟਾਈ ਉੱਪਰ ਮਾਤਾ ਜੀ ਅਤੇ ਸਾਹਿਬਜ਼ਾਦੇ ਸਮਾਂ ਬਤੀਤ ਕਰ ਰਹੇ ਆ। ਉਹ ਸਾਹਿਬਜ਼ਾਦੇ ਜਿਨ੍ਹਾਂ ਨੂੰ ਭਾਈ ਲਾਹੌਰਾ ਸਿੰਘ, ਭਾਈ ਚੌਪਾ ਸਿੰਘ ਜੀ ਆਦਿ ਵਰਗੇ ਗੁਰਸਿੱਖ ਆਪਣੀਆਂ ਪਿੱਠਾਂ 'ਤੇ ਬਿਠਾ ਕੇ ਘੋੜਾਵਣ ਝੂਟੇ ਦਿੰਦੇ ਸਨ। ਪਿਆਰੇ ਸਾਹਿਬਜ਼ਾਦੇ ਦੇ ਚਰਨਾਂ ਹੇਠ ਸਿੱਖ ਆਪਣੇ ਹੱਥ ਵਿਛਾ ਕੇ ਪਿਆਰ ਨਾਲ ਲਾਡ ਲਡਾਉਂਦੇ ਆਪਣੇ ਧੰਨ ਭਾਗ ਸਮਝਦੇ ਸਨ। ਜੋ ਸਾਹਿਬਜ਼ਾਦੇ ਸ਼ਾਹੀ ਠਾਠ ਵਿੱਚ ਪਲੇ ਸਨ ਅਤੇ ਉਹਨਾਂ ਕਦੀ ਖਿਆਲ ਤੱਕ ਵੀ ਨਹੀਂ ਸੀ ਆਇਆ ਕਿ ਪਰਮਾਤਮਾ ਦੇ ਹੁਕਮ ਵਿੱਚ ਇਹੋ ਜਿਹੀ ਬਿਪਤਾ ਦੇ ਦਿਨ ਵੀ ਵੇਖਣੇ ਪੈਣਗੇ, ਅੱਜ ਇੱਕ ਕੁੱਲੀ ਵਿੱਚ ਰਾਤ ਕੱਟੀ ਕਰ ਰਹੇ ਹਨ। ਵਾਹਿਗੁਰੂ। ਸੋ ਬਾਬਾ ਕਰਮੂ ਕਿਸੇ ਅਣਕਿਆਸੇ ਖਤਰੇ ਤੋਂ ਬਚਾਉਣ ਲਈ ਸਾਰੀ ਰਾਤ ਉਹ ਝੁੱਗੀ ਦੇ ਬਹਿਰ ਪਹਿਰਾ ਦਿੰਦੇ ਫਿਰਦੇ ਆ ਅਤੇ ਸਤਿਗੁਰ ਜੀ ਦੇ ਪਰਉਪਕਾਰ ਨੂੰ, ਗੁਰੂ ਪਰਿਵਾਰ ਦੇ ਇਸ ਹਾਲਾਤ ਵਿੱਚ ਵਿਚਰਨ ਦੀ ਯਾਦ ਕਰ ਕਰ ਵਿਰਾਗ ਕਰਦੇ ਰਹਿੰਦੇ ਆ। ਅਤੇ ਦਿਨ ਚੜ੍ਹ ਜਾਂਦਾ, ਮਾਤਾ ਜੀ ਵੀ ਸਾਵਧਾਨ ਹੋ ਕੇ ਪਰਮੇਸ਼ਰ ਦੀ ਯਾਦ ਵਿੱਚ ਜੁੜ ਬੈਠਦੇ ਆ। ਸਾਰੀ ਬੀਬੀ ਲక్ష్ਮੀ ਅਤ ਪਿਆਰ ਨਾਲ ਜਲ ਪਾਣੀ ਤਿਆਰ ਕਰਕੇ ਭਾਈ ਕੁੰਮੇ ਦੀ ਕੁੱਲੀ ਵਿੱਚ ਆ ਪਹੁੰਚਦੀ ਆ। ਮਾਤਾ ਜੀ ਅਤੇ ਗੁਰੂ ਸੋਤਾਂ ਨੂੰ ਡਡੌਤ ਹੋ ਕੇ ਨਮਸਕਾਰ ਕਰਦੀ ਆ ਅਤੇ ਤਿਆਰ ਕਰਕੇ ਲਿਆਂਦਾ ਭੋਜਨ ਉਹਨਾਂ ਦੇ ਅਰਪਣ ਕਰ ਦਿੰਦੇ ਆ। ਬੀਬੀ ਲక్ష్ਮੀ ਨੇ ਲੰਗਰ ਭੋਜਨ ਛਕਾ ਕੇ ਮਾਤਾ ਜੀ ਦੀ ਮੁੱਠੀ ਚਾਪੀ ਕੀਤੀ, ਸੇਵਾ ਟਹਿਲ ਕਰਕੇ ਆਪਣਾ ਆਪ ਧੰਨ ਕੀਤਾ। ਭਾਈ ਕਿਸ਼ਨ ਸਿੰਘ ਜੀ ਨੇ ਇਸ ਟਹਿਲ ਸੇਵਾ ਦਾ ਜ਼ਿਕਰ ਕਰਦਿਆਂ ਸ਼ਹੀਦਨਾਮਾ ਵਿੱਚ ਲਿਖਿਆ, ਕਹਿੰਦੇ ਤਿਨਹਿ ਕੀਨੀ ਸੇਵ ਅਪਾਰਾ, ਮਨਹਿ ਉਪਜਿਓ ਪ੍ਰੇਮ ਬਹੁ ਭਾਰਾ, 36 ਪ੍ਰਕਾਰ ਹੈ ਭੋਜਨ ਕੀਨੇ, ਅਵਰ ਵਿਛਾਨੇ ਮਖਮਲੀ ਕੀਨੇ, ਮੁੱਠੀ ਚਾਪੀ ਕੀਨੀ ਬਹੁ ਭਾਈ, ਵੱਡੇ ਭਾਗ ਲక్ష్ਮੀ ਹਰਖਾਈ। ਜੀ ਹੁਣ ਇੱਥੇ ਇੱਕ ਲਾਈਨ ਦੇ ਵੱਲ ਆਪਾਂ ਧਿਆਨ ਦਿਵਾਉਣਾ ਚਾਹੁੰਦੇ ਹਾਂ ਕਿ ਇਹਦੇ ਵਿੱਚ ਆਇਆ ਕਿ 36 ਪ੍ਰਕਾਰ ਹੈ ਭੋਜਨ ਕੀਨੇ, ਅਵਰ ਵਿਛਾਨੇ ਮਖਮਲੀ ਕੀਨੇ। ਹੁਣ ਜੋ ਸ਼ੱਕ ਵਾਲੇ ਮਨ ਨੇ ਉਹ ਕਹਿਣਗੇ ਕਿ 36 ਪ੍ਰਕਾਰ ਦੇ ਭੋਜਨ ਅਤੇ ਮਖਮਲੀ ਵਿਛਾਣੇ ਕਿਵੇਂ ਆ ਗਏ, ਰਾਈਟ, ਉਹਨਾਂ ਕੋਲ। ਸੋ ਆਪਾਂ ਇਹ ਕਹਿਣਾ ਚਾਹੁੰਦੇ ਹਾਂ ਇਸ ਲਈ ਕਿ ਇਹ ਕਾਵਿ ਹੈਗਾ। ਅਤੇ ਦੂਸਰੀ ਗੱਲ, ਜਦੋਂ ਕੋਈ ਆਪਣੀ ਹੈਸੀਅਤ ਤੋਂ ਵੱਧ ਕਰੇ ਤਾਂ ਕਾਵਿ ਦੇ ਵਿੱਚ ਇਸ ਤਰ੍ਹਾਂ ਉਸ ਨੂੰ ਵਡਿਆਇਆ ਜਾਂਦਾ। ਸੋ ਬੀਬੀ ਲక్ష్ਮੀ ਨੇ ਆਪਣੀ ਹੈਸੀਅਤ ਤੋਂ ਵੱਧ ਉਹਨਾਂ ਨੇ ਕੀਤਾ ਸੀ, ਸੋ ਇਸ ਕਰਕੇ 36 ਪ੍ਰਕਾਰ ਭੋਜਨ ਕਵੀ ਵੱਲੋਂ ਲਿਖੇ ਗਏ ਆ। ਦੇਖੋ ਜੀ, ਭਾਵੇਂ ਉਹ ਆਈ ਮੀਨ ਲਾਈਕ ਉਸ ਤਰੀਕੇ ਨਾਲ ਆਪਾਂ ਜੇ ਆਈਟਮਾਂ ਕਾਊਂਟ ਕਰਨ ਦੀ ਨਾ ਦੇਖੀ ਜਾਵੇ, ਇੱਥੇ ਭਾਵਨਾ ਦੀ ਗੱਲ ਆ। ਬਿਲਕੁਲ ਜੀ। ਭਾਵਨਾ ਜਿਹੜੀ ਆ ਉਹ ਉਸ ਗੱਲ ਨੂੰ ਜਿਹੜਾ ਰਿਪਰੈਜ਼ੈਂਟ ਕਰਦੀ ਹੈ ਕਿ ਉਹਦੀ ਭਾਵਨਾ 36 ਪ੍ਰਕਾਰ ਦੇ ਭੋਜਨਾਂ ਦੇ ਬਰੋਬਰ ਸੀ। ਆਪਾਂ ਨੂੰ ਤਕਰੀਬਨ ਭਾਈ ਸਾਹਿਬ ਜੀ ਲਗਭਗ 1 ਘੰਟੇ ਦੇ ਕਰੀਬ ਹੋ ਗਿਆ ਆ, ਤੇ ਤੁਸੀਂ ਇਸ ਇਤਿਹਾਸਕ ਪੱਖ ਨੂੰ ਕਿਸ ਮੋੜ ਦੇ ਉੱਤੇ ਲਿਜਾ ਕੇ ਖੜਾ ਕਰਨੇ ਚਾਹੁੰਦੇ ਆ, ਜਿੱਥੋਂ ਆਪਾਂ ਦੁਬਾਰਾ ਫਿਰ ਪਿਕਅਪ ਕਰਕੇ ਉੱਥੋਂ ਅੱਗੇ ਚੱਲਾਂਗੇ, ਤੇ ਤੁਸੀਂ ਉਸ ਨੂੰ ਤੈਅ ਕਰ ਲੈਣਾ। ਮੈਂ ਸੋਚਦਾ ਕਿ ਆਪਾਂ ਸਿਰ 1 ਘੰਟੇ ਦਾ ਆਪਣਾ ਪ੍ਰੋਗਰਾਮ ਠੀਕ ਆ, ਸੋ ਆਪਾਂ ਇਸ ਨੂੰ ਇਸੇ ਜਗ੍ਹਾ 'ਤੇ ਹੀ ਆਪਾਂ ਫਿਨਿਸ਼ ਕਰ ਦਿੰਦੇ ਹਾਂ, ਅਤੇ ਇੱਥੋਂ ਹੀ ਅੱਗੇ ਆਪਾਂ ਅਗਲੇ ਪ੍ਰੋਗਰਾਮ ਵਿੱਚ ਸ਼ੁਰੂ ਕਰਾਂਗੇ ਜੀ। ਸੋ ਤੁਸੀਂ ਇਸ ਪ੍ਰੋਗਰਾਮ ਦੀ ਸਮਾਪਤੀ ਕਰ ਦਿਓ ਭਾਈ ਸਾਹਿਬ।
ਆਪਣੇ ਨਾਲ ਭਾਈ ਸਤਵੀਰ ਸਿੰਘ ਜੀ ਵੀ ਜੁੜੇ ਹੋਏ ਨੇ ਲਾਈਨ ਦੇ ਉੱਤੇ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਨਹੀਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰੋਤਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਗੁਰਵਿੰਦਰ ਸਿੰਘ ਜੀ, ਬਹੁਤ ਵਧੀਆ ਤੁਸੀਂ ਵਿਚਾਰ ਰੱਖੇ ਨੇ ਤੇ ਬੜਾ ਆਨੰਦ ਆਇਆ, ਤੇ ਕਿਰਪਾ ਕਰਕੇ ਜਰੂਰ ਤੁਸੀਂ ਨੈਕਸਟ ਵਾਰੀ, ਅਗਲੀ ਵਾਰ ਫਿਰ ਅੱਗੇ ਘੰਟੇ ਦਾ ਪ੍ਰੋਗਰਾਮ ਜਰੂਰ ਰੱਖਿਓ ਜੀ। ਧੰਨਵਾਦ ਜੀ। ਭਾਈ ਸਤਵੀਰ ਸਿੰਘ ਜੀ, ਦੇਖੋ ਦਾਸ ਨੇ ਪਹਿਲਾਂ ਵੀ ਚੱਲ ਰਹੀ ਵਿਚਾਰ ਦੇ ਵਿੱਚ ਬੇਨਤੀ ਕੀਤੀ ਆ ਕਿ ਜਿਹੜੇ ਸ਼ਬਦਾਂ ਦੇ ਵਿੱਚ ਗੁੰਦ ਕੇ ਕਵੀ ਨੇ ਉਹਨਾਂ ਹਾਲਾਤਾਂ ਦਾ ਵਰਣਨ ਕੀਤਾ ਔਰ ਆਪਣੀਆਂ ਭਾਵਨਾਵਾਂ ਨੂੰ ਗੁਰੂ ਪਿਆਰ ਵਿੱਚ ਭਿੰਨ ਕੇ ਉਸ ਸਿਆਹੀ ਦੇ ਨਾਲ ਇਹਨਾਂ ਸ਼ਬਦਾਂ ਰਾਹੀਂ ਜਿਹੜੀ ਆ ਉਹ ਉਸ ਵਕਤ ਦਾ ਨਕਸ਼ਾ ਸਾਡੀਆਂ ਅੱਖਾਂ ਸਾਹਮਣੇ ਪੇਸ਼ ਕੀਤਾ। ਕਹਿੰਦੇ ਮਾਤਰ ਪੜ੍ਹਿਆ ਹੁੰਦਾ ਆ, ਉਹਨੂੰ ਊੜਾ ਐੜਾ ਪੜ੍ਹਨ ਦੀ ਲੋੜ ਨਹੀਂ ਹੁੰਦੀ ਕਦੇ ਵੀ, ਪਰ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਉਹਨੂੰ ਫਿਰ ਵੀ ਦੁਬਾਰਾ ਊੜਾ ਐੜਾ ਪੜ੍ਹਨਾ ਪੈਂਦਾ। ਗੁਰੂ ਪੜ੍ਹਿਆ ਲਿਖਿਆ ਹੁੰਦਾ ਆ, ਗੁਰੂ ਹਰ ਇੱਕ ਸੋਗ ਤੋਂ ਨਿਆਰਾ ਹੁੰਦਾ ਆ, ਪਰ ਉਹਨੂੰ ਇੱਕ ਖੇਡ ਵਰਤਾਉਣੀ ਪੈਂਦੀ ਆ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਜਿਹੜੇ ਮੇਰੇ ਸਿੱਖ ਆ ਉਹ ਨਿੱਕੀਆਂ ਨਿੱਕੀਆਂ ਗੱਲਾਂ ਪਿੱਛੇ ਡੋਲ ਨਾ ਜਾਣ। ਤੇ ਗੁਰੂ ਨੇ ਆਪਣਾ ਬਡਮੁੱਲਾ ਖਜ਼ਾਨਾ ਤੇ ਬਡਮੁੱਲੀ ਔਲਾਦ, ਬਡਮੁੱਲੀਆਂ ਚੀਜ਼ਾਂ ਜਿਹੜੀਆਂ ਆ ਉਹਨਾਂ ਨੂੰ ਇਸ ਤਰ੍ਹਾਂ ਤਿਆਗ ਕਰਕੇ ਦਿਖਾ ਲਿਆ ਜਿਸ ਤਰ੍ਹਾਂ ਮੱਖਣ ਦੇ ਵਿੱਚੋਂ ਬਾਲ ਕੱਢ ਲਿਆ ਜਾਂਦਾ ਆ। ਉਹ ਇਤਿਹਾਸ ਸਾਡੇ ਵਾਸਤੇ ਇੱਕ ਪ੍ਰੇਰਨਾ ਸਰੋਤ ਹੋਇਆ ਕਰਦਾ ਆ। ਇੱਕ ਤੇ ਇਹ ਜੋ ਇਤਿਹਾਸਕ ਪੱਖ ਦੇ ਵਿੱਚੋਂ ਜਾਣੀ ਕਿ ਗੁਰੂ ਪਿਆਰ ਫੁੱਟ ਫੁੱਟ ਕੇ ਡਿੱਗ ਰਿਹਾ ਆ, ਇਹ ਆਪਾਂ ਦੇਖਿਆ। ਤੇ ਦੂਸਰੇ ਪਾਸੇ ਜਿਹੜੇ ਸਾਡੇ ਅਜੋਕੇ ਇਤਿਹਾਸਕਾਰ ਹਰਿੰਦਰ ਸਿੰਘ ਦਲਗੀਰ ਦੇ ਪਰਥਾਈ ਭਾਈ ਸਾਹਿਬ, ਉਹਨਾਂ ਨੇ ਗੱਲ ਕੀਤੀ ਆ ਕਿ ਉਹ ਕਿਸ ਤਰੀਕੇ ਦੇ ਨਾਲ ਏਜੰਸੀਆਂ ਦੇ ਹੱਥੇ ਚੱਕ ਕੇ ਇਹ ਇਤਿਹਾਸ ਦੇ ਪਾਤਰਾਂ ਨੂੰ ਜਿਹੜਾ ਆ ਉਹ ਖੁਦ ਬਰਦ ਕਰਨ ਦੀ ਕੋਸ਼ਿਸ਼ ਕਰਦੇ ਆ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਖਾਲਸਾ ਜੀ, ਬਿਲਕੁਲ ਮੈਂ ਤੁਹਾਡੇ ਨਾਲ ਇਸ ਗੱਲ ਨਾਲ ਸਹਿਮਤੀ ਰੱਖਦਾ ਕਿ ਰਾਈਟ ਨੂੰ ਜਿਹੜਾ ਸਿੱਖਾਂ ਦੇ ਇਤਿਹਾਸ ਨੂੰ ਖਤਮ ਕਰਨ ਦੇ ਲਈ, ਚਾਹੇ ਗੁਰਦੁਆਰਿਆਂ ਦੀਆਂ ਬਿਲਡਿੰਗਾਂ ਹੋਣ, ਚਾਹੇ ਸਿੱਖਾਂ ਦੇ ਉਹ ਮਹਾਨ ਸ਼ਹੀਦ ਹੋਣ, ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਖਤਮ ਕਰਕੇ ਅਜੋਕੀ ਪੀੜ੍ਹੀ ਨੂੰ ਸਿੱਖੀ ਵੱਲੋਂ ਤੇ ਸਿੱਖੀ ਦੇ ਰਾਸਤੇ ਤੇ, ਕਿਉਂਕਿ ਸ਼ਹਾਦਤ ਸ਼ਹੀਦ ਕਿਸੇ ਕੌਮ ਦਾ ਸਰਮਾਇਆ ਹੁੰਦੇ ਨੇ ਜਿਹੜੇ ਤੁਹਾਨੂੰ ਸੇਧ ਦਿੰਦੇ ਨੇ ਕਿ ਤੁਸੀਂ ਕਿਸ ਤਰ੍ਹਾਂ ਜੀਵਨ ਜਿਉਣਾ ਧਾਰਮਿਕ ਤੌਰ ਤੇ ਇੱਕ ਜੀਵਨ ਦੇ ਵਿੱਚ ਵੀ ਤੁਸੀਂ ਕਿਸ ਤਰ੍ਹਾਂ ਜਿਉਣਾ। ਉਹ ਚਾਹੁੰਦੇ ਨੇ ਕਿ ਸਿੱਖੀ ਨੂੰ ਖਤਮ ਕਰਨ ਦੀਆਂ ਕੁਝ ਚਾਲਾਂ ਸਰਕਾਰ ਵੱਲੋਂ ਚੱਲੀਆਂ ਜਾ ਰਹੀਆਂ ਜੀ, ਜਿਹਦੇ ਵਿੱਚ ਰਾਈਟਰ ਮੇਰੇ ਹਿਸਾਬ ਨਾਲ ਰਣਜੀਤ ਸਿੰਘ ਢੱਡਰੀ ਵਾਲਾ ਵੀ ਇਸ ਵੱਲ ਕਾਫੀ ਉਸਦਾ ਚੱਲ ਰਿਹਾ ਜੀ। ਹਾਂ ਬਿਲਕੁਲ, ਐਬਸੋਲੂਟਲੀ। ਉਹਦਾ ਇੱਕ ਜਿਤਨੇ ਚਾਹੇ ਕੋਈ ਸਟੇਜਾਂ ਤੋਂ ਮਾਈਕ ਉੱਪਰ ਬੋਲ ਕੇ ਇਤਿਹਾਸ ਨੂੰ ਰੱਦ ਕਰ ਰਿਹਾ ਆ, ਤੇ ਚਾਹੇ ਕੋਈ ਕਿਤਾਬਾਂ ਵਿੱਚ ਲਿਖ ਕੇ ਕਰ ਰਿਹਾ ਆ, ਚਾਹੇ ਉਹ ਸ਼੍ਰੋਮਣੀ ਕਮੇਟੀ ਦੇ ਆਪਣੇ ਖਜ਼ਾਨੇ 'ਚ ਜਿਹੀਆਂ ਪੁਸਤਕਾਂ ਪਈਆਂ ਜਿਨ੍ਹਾਂ ਤੇ ਉਹਨਾਂ ਨੇ ਆਪ ਹਸਤਾਖਰ ਕੀਤੇ ਆ, ਜਿਨ੍ਹਾਂ 'ਚ ਗੁਰੂ ਸਾਹਿਬ ਦਾ ਨਰਾਦਰ ਕੀਤਾ ਗਿਆ ਹੈ। ਇਹ ਸਾਰਾ ਵਰਤਾਰਾ ਜਿਹੜਾ ਆ ਸਿੱਖ ਕੌਮ ਨੂੰ ਅਵੇਅਰ ਹੋਣ ਦੀ ਲੋੜ ਆ, ਤੇ ਆਪਾਂ ਕੰਟੀਨਿਊ ਇਹੋ ਜਿਹੇ ਐਪੀਸੋਡ ਜਿਹੜੇ ਆ ਕਰਦੇ ਰਵਾਂਗੇ ਮੇਰੇ ਖਿਆਲ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ, ਤਾਂ ਜੋ ਇਹ ਅਨਮੋਲ ਖਜ਼ਾਨਾ ਜਿਹੜਾ ਆ ਆਨਲਾਈਨ ਦੀ ਵੀ ਕਾਲ ਅਵੇਲੇਬਲ ਰਵੇ। ਤੇ ਆਪਾਂ ਹੁਣ ਖਿਮਾ ਜਾਚਨਾ ਕਰੀਏ ਸਰੋਤਿਆਂ ਤੋਂ। ਹਾਂਜੀ ਬਿਲਕੁਲ ਜੀ, ਬਿਲਕੁਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।